ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਹੋ ਆਇਆ ਦੂਰੋਂ ਚੱਲ ਕੇ ਮੈਂ ਤਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਤੋ ਮੈਂ ਆਇਆ ਸਰਣੀ ਆਇਆ ਭਰੋਸੇ ਆਇਆ ਕਿਰਪਾ ਆਇਆ। ਜਿਉ ਭਾਵੈ ਤਿਉ ਰਾਖੋ ਸੁਆਮੀ ਮਾਰਗ ਗੁਰ ਹੈ ਪਠਾਇਆ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਤਿਸ ਸੇਵਕ ਕੈ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ। ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ। ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਸਾਕਤ ਜਾਇ ਨਿਵਹਿ ਗੁਰ ਆਗੈ ਮਨ ਖੋਟੇ ਕੂੜ ਕੋੜਿਆਰੇ। ਜਾ ਗੁਰ ਕਹਿ ਉਠੋ ਮੇਰੇ ਭਾਈ ਬਹਿ ਜਾਹੇ ਕੁਸਰ ਬਗੁਲਾਰੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਚੁਣ ਕੱਢੇ ਲੱਦੋ ਵਾਰੇ। ਓਏ ਅੱਗੇ ਪਿੱਛੇ ਬਹਿ ਮੋਹ ਛਪਾਇਨ ਨਾ ਰਲਨੀ ਖੋਟਿਆਰੇ। ਉਹਨਾਂ ਦਾ ਭੁੱਖ ਸੋ ਉਥੈ ਨਾਹੀ ਜਾਏ ਕੂੜ ਲਹਿਨ ਭੇ ਡਾਰੇ। ਜੇ ਸਾਖਤ ਨਰ ਖਾਵਾਈਐ ਲੋਚੀਐ ਬਿਖ ਕੱਢੈ ਮੁਖ ਉਗਲਾਰੇ। ਹਰ ਸਾਖਤ ਛੇਤੀ ਸੰਗ ਨ ਕਰਿਓ ਓਏ ਮਾਰੇ ਸਿਰਜਣਹਾਰੇ। ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸਮਾਰੇ। ਸਾਖਤ ਜਾਇ ਨਿਵਹਿ ਗੁਰ ਆਗੈ ਮਨ ਖੋਟੇ ਕੂੜ ਕੂੜਿਆਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨਾਂ ਨਾਲ ਜੀਵ ਦੇ ਕਈ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ। ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ। ਭਾਈ ਸਾਹਿਬ ਪੰਡਿਤ ਨਿਹਾਲ ਸਿੰਘ ਜੀ ਨਿਰਮਲੇ ਮਹਾਂਪੁਰਸ਼ ਜਿਨ੍ਹਾਂ ਨੇ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅੰਤ ਬਹੁਤ ਜ਼ਿਆਦਾ ਸਿਫਤ ਲਿਖੀ ਹੈ। ਮਹਾਂਪੁਰਸ਼ ਸੰਤ ਬਾਬਾ ਨਿਹਾਲ ਸਿੰਘ ਜੀ ਲਿਖਦੇ ਹਨ, ਦਰਸ਼ ਪਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਪਾਪ ਜਨ ਮੰਤਰ ਕੇ ਪੁਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੇ ਨਾਲ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਪੁੰਨਾਂ ਦੇ ਰੂਪ 'ਚ ਤਬਦੀਲ ਹੋ ਜਾਂਦੇ ਹਨ, ਬਦਲ ਜਾਂਦੇ ਹਨ। ਇਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਪ੍ਰਤਾਪ ਹੈ। ਆਪਾਂ ਸਵੇਰੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ ਔਰ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਇਸ ਗੁਰੂ ਦਰਬਾਰ ਦੇ ਵਿੱਚ ਜੋ ਲੜੀਵਾਰ ਕਥਾ ਗੌੜੀ ਦੀ ਵਾਰ ਦੀ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ, ਆਓ ਇਸ ਕਥਾ ਦਾ ਆਨੰਦ ਮਾਣੀਏ। ਅੱਜ ਦੁਪਹਿਰ ਦੇ ਦੀਵਾਨਾਂ ਵਿੱਚ 8ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਉੱਤੇ ਵੀ ਵਿਚਾਰਾਂ ਹੋਣੀਆਂ ਨੇ, ਕਿਉਂਕਿ ਅੱਜ ਜੋ ਕੱਲ੍ਹ ਦਾ ਦਿਨ ਲੰਘਿਆ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਉਹਨਾਂ ਦਾ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਜੋ ਮਹਾਰਾਜ 8ਵੇਂ ਪਾਤਸ਼ਾਹ ਨੇ ਕੌਤਕ ਕੀਤੇ ਹਨ, ਉਹਨਾਂ ਦੀਆਂ ਵਿਚਾਰਾਂ ਆਪਾਂ ਦੁਪਹਿਰ ਦੇ ਸਮੇਂ ਸਰਵਣ ਕਰਾਂਗੇ। ਇਹ ਸਮਾਂ ਲੜੀਵਾਰ ਕਥਾ ਦਾ ਹੈ। ਆਓ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਸੁਰਤੀ ਜੋੜੋ। ਚੌਥੇ ਪਾਤਸ਼ਾਹ ਜੀ ਨੇ ਗੌੜੀ ਦੀ ਵਾਰ ਵਿੱਚ ਗੁਰਮੁਖਾਂ ਦਾ ਅਤੇ ਮਨਮੁਖਾਂ ਦਾ, ਗੁਰੂ ਘਰ ਦੇ ਪ੍ਰੇਮੀਆਂ ਗੁਰਸਿੱਖਾਂ ਦਾ ਅਤੇ ਸਾਖਤ ਬੰਦਿਆਂ ਦਾ ਕੀ ਫਰਕ ਹੈ, ਇਹ ਮਹਾਰਾਜ ਨੇ ਬੜੇ ਵਿਸਥਾਰ ਨਾਲ ਦੱਸਿਆ ਹੈ। ਔਰ ਇਹ ਸਾਧ ਸੰਗਤ ਜੀ ਅੱਜ ਦੇ ਨਹੀਂ, ਸਾਖਤ ਬੰਦੇ ਵੀ ਮੁੱਢ ਤੋਂ ਚਲੇ ਆਏ। ਧਰਮੀ ਅਤੇ ਸੰਸਾਰੀ, ਇਹਨਾਂ ਦਾ ਆਪਸ ਵਿੱਚ ਜੋੜ ਨਹੀਂ ਹੁੰਦਾ। ਬਾਣੀ 'ਚ ਬਚਨ ਹੈ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਆਦਿ ਕਾਲ ਤੋਂ, ਦੇਖੋ ਪ੍ਰਹਲਾਦ ਜੀ ਅਤੇ ਧਰੂ ਜੀ ਸਭ ਤੋਂ ਪਹਿਲੇ ਭਗਤ ਮੰਨੇ ਗਏ ਹਨ। ਧਰੂ ਭਗਤ ਪਰਮੇਸ਼ਰ ਦੇ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਦੀ ਮਾਂ ਸੰਸਾਰੀ ਬਿਰਤੀ ਵਾਲੀ ਮਤਰੇਈ ਮਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ। ਮਾਂ ਨੂੰ ਇਤਨੀ ਈਰਖਾ ਹੋਈ ਆਪਣੇ ਪੁੱਤਰ ਨਾਲ, ਮਤਰੇਏ ਪੁੱਤਰ ਨਾਲ, ਕਿ ਮਤਰੇਈ ਮਾਂ ਨੇ ਬਾਹੋਂ ਫੜ ਕੇ ਉਠਾ ਦਿੱਤਾ। ਭਾਈ ਗੁਰਦਾਸ ਜੀ ਲਿਖਦੇ ਨੇ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਰੱਬ ਦੇ ਪਿਆਰਿਆਂ ਦੀ ਅਤੇ ਦੁਸ਼ਟ ਬੰਦਿਆਂ ਦੀ ਆਪਸ 'ਚ ਕਦੀ ਬਣ ਨਹੀਂ ਆਈ। ਉਹਨਾਂ ਦਾ ਸੋਚਣ ਦਾ ਢੰਗ ਵੱਖਰਾ ਹੈ, ਰੱਬ ਦੇ ਪਿਆਰਿਆਂ ਦਾ ਸੋਚਣ ਦਾ ਢੰਗ ਵੱਖਰਾ ਹੈ। ਮਾਇਆਧਾਰੀਆਂ ਦੀ ਦ੍ਰਿਸ਼ਟੀ ਮਾਇਆ ਉੱਤੇ ਹੈ, ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ ਰੱਬ ਉੱਤੇ ਹੈ, ਭਰੋਸਾ ਰੱਬ ਉੱਤੇ ਹੈ। ਰੋਜ਼ ਸ੍ਰੀ ਸੁਖਮਨੀ ਸਾਹਿਬ ਵਿੱਚ ਮਹਾਰਾਜ ਕਹਿੰਦੇ ਹਨ, ਮਾਨਵ ਕੀ ਟੇਕ ਬਿਰਥੀ ਸਭ ਜਾਨ। ਬੰਦੇ ਦਾ ਭਰੋਸਾ ਨਾ ਕਰੋ, ਬੰਦੇ ਦੀ ਟੇਕ ਨਾ ਰੱਖੋ, ਰੱਬ 'ਤੇ ਭਰੋਸਾ ਰੱਖੋ। ਮਾਨਵ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤਿਸਨਾ ਲਾਗੈ ਆਏ। ਵਾਹਿਗੁਰੂ ਤੈਨੂੰ ਦਵੇਗਾ, ਤੂੰ ਰੱਜ ਜਾਏਗਾ, ਬੰਦੇ ਦੇ ਦਿੱਤਿਆਂ ਤੂੰ ਰੱਜਣਾ ਕੋਈ ਨਹੀਂ। ਗਰੀਬ ਨਵਾਜ ਸਤਿਗੁਰੂ ਨੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸੰਸਾਰ ਵਿੱਚ ਆ ਕੇ ਸਾਨੂੰ ਸਾਰਿਆਂ ਨੂੰ ਇਹ ਵਿਸ਼ਵਾਸ, ਇਹ ਭਰੋਸਾ ਪੱਕਾ ਕਰਾਇਆ। ਪਰ ਜਿਹੜੇ ਸਾਖਤ ਬੰਦੇ, ਮਨਮੁਖ ਬੰਦੇ ਹਨ, ਉਹਨਾਂ ਦਾ ਭਰੋਸਾ ਸੰਸਾਰ ਉੱਤੇ ਹੀ ਰਹਿੰਦਾ, ਨਿਰੰਕਾਰ ਉੱਤੇ ਭਰੋਸਾ ਬਣਦਾ ਨਹੀਂ। ਉਹਨਾਂ ਸਾਖਤਾਂ ਬੰਦਿਆਂ ਦੀ ਜੋ ਦਸ਼ਾ ਹੈ ਉਹ ਮਹਾਰਾਜ ਦੱਸ ਰਹੇ ਨੇ। ਚੌਥੇ ਪਾਤਸ਼ਾਹ ਜੀ ਕਹਿੰਦੇ, ਜੋ ਸਾਖਤ ਬੰਦੇ, ਦੁਸ਼ਟ ਬੰਦੇ, ਸ਼ਕਤੀ ਨੂੰ, ਮਾਇਆ ਨੂੰ ਮੰਨਣ ਵਾਲੇ, ਸ਼ਕਤੀ ਨਾਮ ਮਾਇਆ ਦਾ ਹੈ। ਜਿਹੜਾ ਮਾਇਆ ਨੂੰ ਮੰਨੇ ਉਹ ਸਾਖਤ ਹੈ। ਦੋ ਹੀ ਚੀਜ਼ਾਂ ਨੇ, ਇੱਕ ਪਰਮੇਸ਼ਰ ਹੈ, ਇੱਕ ਮਾਇਆ ਹੈ। ਭਾਵੇਂ ਮਾਇਆ ਜਿਹੜੀ ਹੈ ਉਹ ਪਰਮੇਸ਼ਰ ਦੀ ਹੀ ਪਰਛਾਈ ਹੈ,
ਪਰਮੇਸ਼ਰ ਤੋਂ ਵੱਖਰੀ ਨਹੀਂ। ਪਰ ਜਿਵੇਂ ਕੋਈ ਬੰਦਾ ਤੁਰਿਆ ਜਾਂਦਾ, ਉਹਦੀ ਪਰਛਾਈ ਨਾਲ ਨਾਲ ਤੁਰੀ ਜਾਂਦੀ। ਤੁਸੀਂ ਕਿਹੜੇ ਬੰਦੇ ਨੂੰ ਰੈਫਰੈਂਸ ਦਿਓਗੇ ਜਾਂ ਤੁਸੀਂ ਉਹਦੀ ਛਾਈ ਨੂੰ ਦਿਓਗੇ? ਬੰਦੇ ਨੂੰ ਗੱਲ ਕਰੋਗੇ, ਪਰਛਾਈ ਨਾਲ ਥੋੜ੍ਹਾ ਗੱਲ ਕਰੋਗੇ। ਪਰਛਾਈ ਤਾਂ ਉਹਦੇ ਕਰਕੇ ਹੈ। ਫਿਰ ਸਾਧ ਸੰਗਤ ਜੀ, ਉਹ ਜਿਹੜੀ ਪਰਛਾਈ ਹੈ ਝੂਠੀ ਹੈ, ਨਾਸਮਾਨ ਹੈ, ਪਰ ਹੈ ਉਹਦੇ ਕਰਕੇ। ਮਾਇਆ ਪਰਮੇਸ਼ਰ ਕਰਕੇ ਹੈ। ਜੇ ਪਰਮੇਸ਼ਰ ਨਹੀਂ ਤੇ ਮਾਇਆ ਵੀ ਕੋਈ ਨਹੀਂ। ਪਰ ਹੋਇਆ ਕੀ ਹੈ ਕਿ ਅਸੀਂ ਮਾਇਆ ਨੂੰ, ਪਰਛਾਈ ਨੂੰ ਸੱਚ ਸਮਝ ਬੈਠੇ ਹਾਂ ਅਤੇ ਪਰਮੇਸ਼ਰ ਨੂੰ ਭੁੱਲ ਬੈਠੇ ਹਾਂ। ਇਹ ਇਸ ਤਰ੍ਹਾਂ ਹੋ ਗਿਆ ਜਿਵੇਂ ਰੱਸੀ ਦਾ ਸੱਪ ਬਣ ਜਾਂਦਾ ਹੈ। ਚੀਜ਼ ਹੋਰ ਹੈ, ਦਿਸਦੀ ਹੋਰ ਤਰੀਕੇ ਨਾਲ ਹੈ ਤਾਂ ਰੱਸੀ, ਦਿਸਦਾ ਸੱਪ ਪਿਆ ਹੈ ਤਾਂ ਪਰਮੇਸ਼ਰ, ਪਰ ਦਿਸਦੀ ਮਾਇਆ ਹੈ। ਉਹ ਜਿਹੜੀ ਦਿਸਦੀ ਹੈ ਅਸੀਂ ਉਹਨੂੰ ਪਕੜਿਆ ਹੋਇਆ ਹੈ। ਗਰੀਬ ਨਵਾਜ਼ ਹਜ਼ੂਰ ਮਹਾਰਾਜ ਚੌਥੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਉਹ ਸਾਖਤ ਹਨ ਮਾਇਆ ਧਾਰੀ, ਉਹ ਬੰਦੇ ਸ਼ਕਤੀ ਨੂੰ ਮੰਨਣ ਵਾਲੇ ਗੁਰੂ ਦੀ ਸੰਗਤ ਵਿੱਚ ਜਾ ਕੇ ਵੀ ਵਾਂਝੇ ਰਹਿ ਜਾਂਦੇ ਹਨ। ਗੁਰਦੁਆਰੇ ਜਾ ਕੇ ਵੀ ਉਹਨਾਂ ਦਾ ਮਨ ਗੁਰਬਾਣੀ ਦਾ ਰਸ ਨਹੀਂ ਲੈਂਦਾ। ਉਹ ਹੋਰ ਪਾਸੇ ਧਿਆਨ ਦੇਈ ਜਾਣਗੇ, ਇੱਧਰ ਉੱਧਰ ਝਾਕੀ ਜਾਣਗੇ ਵੀ ਆਹ ਕੀ ਹੋ ਗਿਆ, ਉਹ ਕੀ ਹੋ ਗਿਆ, ਗੁਰੂ ਮਹਾਰਾਜ ਦੇ ਰੁਮਾਲੇ ਕਿੱਦਾਂ ਦੇ ਨੇ, ਗ੍ਰੰਥੀ ਸਿੰਘ ਦੇ ਕੱਪੜੇ ਕਿੱਦਾਂ ਦੇ ਨੇ, ਕੜਾਹ ਪ੍ਰਸ਼ਾਦ ਦੀ ਦੇਗ ਕਿਵੇਂ ਜਿਹੀ ਬਣੀ ਹੈ, ਲੰਗਰ ਕਿਵੇਂ ਜਿਹਾ ਬਣਿਆ, ਲੂਣ ਘੱਟ ਦਾਲ 'ਚ ਪਿਆ ਜ਼ਿਆਦਾ ਪਿਆ। ਇੱਥੇ ਹੀ ਧਿਆਨ ਹੈ ਸਾਰਾ। ਉਹ ਫਲਾਣਾ ਬੰਦਾ ਕਿਉਂ ਗੁਰਦੁਆਰੇ ਆਇਆ, ਉਹ ਕਿਉਂ ਆਇਆ। ਇਹ ਜਿਹੜੀ ਬਿਰਤੀ ਹੈ ਸਾਧ ਸੰਗਤ ਜੀ, ਇਹ ਸਾਨੂੰ ਰੱਬ ਨਾਲ ਨਹੀਂ ਜੋੜਨ ਦਿੰਦੀ। ਜਿਹੜੇ ਕੰਮ ਲਈ ਗੁਰਦੁਆਰੇ ਬਣੇ ਨੇ, ਜਿਹੜੇ ਕੰਮ ਲਈ ਅਸਥਾਨ ਬਣੇ ਨੇ, ਉਹ ਕੰਮ ਨਹੀਂ ਹੁੰਦਾ ਅਤੇ ਸਾਡੀ ਬਿਰਤੀ ਹੋਰ ਪਾਸੇ ਚਲੀ ਜਾਂਦੀ ਹੈ। ਚੌਥੇ ਪਾਤਸ਼ਾਹ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ 312 ਅੰਗ 'ਤੇ ਲਿਖ ਰਹੇ ਨੇ। ਆਓ ਸੁਣੀਏ ਪਿਆਰ ਨਾਲ, ਮਨ ਬਿਰਤੀਆਂ ਇਕਾਗਰ ਕਰਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸ਼ਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਲੋਕ ਉਚਾਰਨ ਕਰਦੇ ਹਨ। ਸਾਖਤ ਜਾਏ ਨਿਵਹਿ ਗੁਰ ਆਗੈ। ਕਹਿੰਦੇ ਸਾਖਤ ਬੰਦੇ ਜਿਹੜੇ ਰੱਬ ਨੂੰ ਨਹੀਂ ਮੰਨਦੇ, ਮਾਇਆ ਧਾਰੀ ਹਨ, ਪਰ ਕਈ ਵਾਰੀ ਉਹ ਵੀ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਅੱਗੇ ਮੱਥਾ ਟੇਕਦੇ ਹਨ, ਨਿਮਦੇ ਹਨ, ਝੁਕਦੇ ਹਨ। ਦੇਖਣ ਵਾਲਿਆਂ ਨੂੰ ਲੱਗਦਾ ਹੈ ਕਿ ਇਹ ਕੀ ਹੋ ਗਿਆ, ਇਹ ਬੰਦੇ ਮੱਥਾ ਟੇਕਣ ਆ ਗਏ, ਗੁਰੂ ਘਰ 'ਚ ਇਹਨਾਂ ਨੇ ਸਿਰ ਝੁਕਾ ਦਿੱਤਾ, ਬੜੇ ਭਗਤ ਬਣ ਗਏ, ਬੜੇ ਸੰਤ ਬਣ ਗਏ। ਪਰ ਗੁਰੂ ਰਾਮਦਾਸ ਜੀ ਕਹਿੰਦੇ ਨਹੀਂ, ਉਹਨਾਂ ਦੇ ਸਰੀਰ ਹੀ ਝੁਕਦੇ, ਉਹਨਾਂ ਦਾ ਮਨ ਨਹੀਂ ਝੁਕਦਾ। ਸਾਖਤ ਜਾਏ ਨਿਵਹਿ ਗੁਰ ਆਗੇ। ਸਾਖਤ ਦੁਨੀਆ ਦੇ ਵਿੱਚ ਦਿਖਾਵਟ ਕਰਨ ਲਈ, ਵਿਖਾਵਾ ਕਰਨ ਲਈ ਗੁਰੂ ਅੱਗੇ ਜਾ ਕੇ ਝੁਕਦੇ ਹਨ। ਮਨ ਖੋਟੇ ਕੂੜ ਕੂੜਿਆਰੇ। ਪਰ ਉਹਨਾਂ ਸਾਖਤਾਂ ਦੇ ਮਨ 'ਚ ਖੋਟ ਹੁੰਦੀ ਹੈ। ਉਹ ਖੋਟੇ ਹੁੰਦੇ ਹਨ, ਕੂੜਿਆਰ ਹੁੰਦੇ ਹਨ, ਝੂਠੇ ਹੁੰਦੇ ਹਨ। ਅੰਦਰ ਉਹਨਾਂ ਦੇ ਹਉਮੈ, ਹੰਕਾਰ, ਈਰਖਾ ਭਰੀ ਹੁੰਦੀ ਹੈ, ਦਵੈਸ਼ ਭਰੀ ਹੁੰਦੀ ਹੈ। ਉਹ ਗੁਰੂ ਨੂੰ ਮੱਥਾ ਤਾਂ ਟੇਕਦੇ ਹਨ, ਪਰ ਉਹ ਇਸ ਤਰ੍ਹਾਂ ਜਿਵੇਂ ਕਿ ਮਹਾਰਾਜ ਨੇ ਬਚਨ ਕੀਤਾ ਨਾ, ਸੀਸ ਨਵਾਇਆ ਕਿਆ ਥੀਐ ਜਾਂ ਹਿਰਦੇ ਕਸੁੱਧੇ ਜਾਹੇ। ਸਿਰ ਨਵਾਉਣ ਨਾਲ ਕੀ ਹੁੰਦਾ, ਜੇ ਮਨ ਨਹੀਂ ਨਿਮਿਆ, ਮਨ ਵਿੱਚ ਸ਼ਰਧਾ ਨਹੀਂ ਆਈ, ਮਨ 'ਚ ਭਾਵਨਾ ਨਹੀਂ ਆਈ। ਸਤਿਗੁਰੂ ਇਹ ਵੀ ਬਚਨ ਲਿਖਦੇ, ਜਿਉਂ ਹੰਤਾ ਮਿਰਗਾਹੇ। ਹੰਤਾ ਮਿਰਗਾਹੇ ਦਾ ਮਤਲਬ ਹੁੰਦਾ ਮਿਰਗਾਂ ਨੂੰ ਮਾਰਨ ਵਾਲਾ। ਜਿਹੜਾ ਸ਼ਿਕਾਰੀ ਹੈ ਨਾ, ਸ਼ਿਕਾਰ ਕਰਨ ਗਿਆ ਜੰਗਲ 'ਚ ਹਿਰਨ ਦਾ ਜਾਂ ਕਿਸੇ ਚੀਜ਼ ਦਾ, ਤੁਸੀਂ ਦੇਖੋ ਉਹ ਇੱਦਾਂ ਕਰਕੇ ਥੱਲੇ ਹੋ ਕੇ ਬੈਠ ਕੇ ਨਿਸ਼ਾਨਾ ਲਾਉਂਦਾ, ਝਾੜੀਆਂ ਦੇ ਓਹਲੇ ਹੋ ਕੇ ਐ ਸਿਰ ਨੀਵਾਂ ਕਰਕੇ। ਜਦੋਂ ਵੀ ਨਿਸ਼ਾਨਾ ਲਾਉਣਾ, ਉਹ ਸਿਰ ਨੀਵਾਂ ਕਰਕੇ ਲਾਉਣਾ। ਅਤੇ ਜੇ ਉਹ ਸਿਰ ਨੀਵਾਂ ਕਰ ਰਿਹਾ ਸ਼ਿਕਾਰੀ, ਕੀ ਉਹ ਮਿਰਗ ਨੂੰ ਮੱਥਾ ਟੇਕ ਰਿਹਾ? ਮੱਥਾ ਥੋੜ੍ਹਾ ਟੇਕ ਰਿਹਾ। ਉਹ ਉਹਦੀ ਜਾਨ ਲੈਣ ਵਾਸਤੇ
ਉਹਨੂੰ ਨਿਸ਼ਾਨਾ ਬਣਾ ਰਿਹਾ। ਕਹਿੰਦੇ ਇਸੇ ਤਰ੍ਹਾਂ ਸਾਖਤ ਬੰਦੇ ਗੁਰੂ ਨੂੰ ਮੱਥਾ ਨਹੀਂ ਟੇਕ ਰਹੇ। ਉਹ ਗੁਰੂ ਘਰ ਦਾ ਨੁਕਸਾਨ ਕਰਨ ਲਈ, ਗੁਰੂ ਕੀ ਸੰਗਤ ਦਾ ਨੁਕਸਾਨ ਕਰਨ ਲਈ, ਗੁਰੂ ਕੇ ਸਿੱਖਾਂ ਦਾ ਨੁਕਸਾਨ ਕਰਨ ਲਈ ਇੱਦਾਂ ਦਾ ਭੇਸ ਬਣਾਈ ਬੈਠੇ ਆ ਵੀ ਅਸੀਂ ਭਗਤ ਹਾਂ। ਗੁਰੂ ਰਾਮਦਾਸ ਮਹਾਰਾਜ ਨੇ ਗੁਰਬਾਣੀ ਦੀ ਕੋਈ ਗੱਲ ਰੱਖੀ ਨਹੀਂ। ਸਾਡੇ ਹਿਰਦਿਆਂ ਦੇ ਪੋਲ ਖੋਲ੍ਹੇ ਹੋਏ ਆ। ਇਨਸਾਨ ਦੇ ਮਨ ਵਿੱਚ ਕਿੱਥੇ ਕਪਟ ਬੈਠਾ ਹੈ, ਛਲ ਬੈਠਾ ਹੈ, ਧੋਖਾ ਬੈਠਾ ਹੈ, ਗੁਰੂ ਸਾਹਿਬ ਉਹਦਾ ਵਿਸ਼ਲੇਸ਼ਣ ਕਰ ਰਹੇ ਹਨ। ਗੁਰਬਾਣੀ ਸਾਧ ਸੰਗਤ ਜੀ ਸ਼ੀਸ਼ਾ ਹੈ। ਸਾਡੇ ਅੰਤਸ਼ਕਰਨ ਦੀ ਫੋਟੋ ਆਉਂਦੀ ਹੈ ਇਹਦੇ ਵਿੱਚ। ਸਾਡੇ ਮਨ ਦੀ ਤਸਵੀਰ ਆਉਂਦੀ ਹੈ ਗੁਰਬਾਣੀ ਵਿੱਚ। ਸਾਖਤ ਜਾਏ ਨਿਵਹਿ ਗੁਰ ਆਗੇ, ਸਾਖਤ ਜਾ ਕੇ ਗੁਰੂ ਅੱਗੇ ਝੁਕਦੇ ਤਾਂ ਹਨ। ਮਨ ਖੋਟੇ ਕੂੜ ਕੁੜਿਆਰੇ, ਉਹਨਾਂ ਦੇ ਮਨ 'ਚ ਖੋਟ ਹੁੰਦੀ ਹੈ, ਕੂੜ ਹੁੰਦਾ ਹੈ, ਕਪਟ ਹੁੰਦਾ ਹੈ। ਜਾ ਗੁਰ ਕਹੈ ਉਠੋ ਮੇਰੇ ਭਾਈ, ਜਦੋਂ ਸਤਿਗੁਰੂ ਕਹਿੰਦੇ ਉਠੋ, ਉਠੋ ਮੇਰੇ ਭਾਈ ਉਠੋ। ਜਦੋਂ ਗੁਰੂ ਸਾਹਿਬ ਉਠਾਉਣ ਦਾ ਯਤਨ ਕਰਦੇ, ਉੱਠਣ ਦਾ ਭਾਵ ਹੈ ਵੀ ਆਤਮਿਕ ਤੌਰ 'ਤੇ ਗੁਰੂ ਸਾਹਿਬ ਉਹਨਾਂ ਦੇ ਅੰਦਰ ਕੋਈ ਪਰਿਵਰਤਨ, ਕੋਈ ਤਬਦੀਲੀ ਲਿਆਉਣਾ ਚਾਹੁੰਦੇ ਨੇ। ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਉੱਠ ਕੇ ਨਾਮ ਜਪੋ, ਕੋਈ ਭਲਾ ਕੰਮ ਕਰੋ, ਕੋਈ ਸੇਵਾ ਕਰੋ, ਕੋਈ ਸਿਮਰਨ ਕਰੋ, ਕੋਈ ਚੰਗਾ ਕੰਮ ਕਰੋ। ਬਹਿ ਜਾਹੇ ਕੁਸਰ ਬਗੁਲਾਰੇ, ਤਾਂ ਉਹ ਬਗਲੇ ਦੀ ਤਰ੍ਹਾਂ ਘੁਸਰ ਕੇ ਬਹਿ ਜਾਂਦੇ ਹਨ, ਕਿਉਂਕਿ ਉਹਦੇ ਬਗਲੇ ਭਗਤ ਹੁੰਦੇ ਹਨ। ਬਗਲਾ ਭਗਤ ਹੁਣ ਜੇ ਪਾਣੀ ਦੇ ਵਿੱਚ ਇੱਕ ਟੰਗ ਚੁੱਕ ਕੇ ਖੜਾ ਹੈ ਤੇ ਕੀ ਅਸੀਂ ਸਮਝ ਲਈਏ ਵੀ ਇਹ ਰੱਬ ਦੀ ਭਗਤੀ ਕਰ ਰਿਹਾ? ਮਾਤੜ ਨੂੰ ਤਾਂ ਭੁਲੇਖਾ ਪੈ ਜਾਏਗਾ, ਪਰ ਸਿਆਣੇ ਬੰਦੇ ਨੂੰ ਪਤਾ ਵੀ ਇਹ ਤਾਂ ਮੱਛੀ ਵਾਸਤੇ ਬੈਠਾ ਹੈ। ਮੱਛੀ ਸਮਝੇਗੀ ਵੀ ਇਹ ਤਾਂ ਵਿਚਾਰਾ ਉੱਦਾਂ ਹੀ ਸੁੰਨ ਮੁੰਨ ਬੈਠਾ, ਇਹਨੇ ਕਿਹੜਾ ਹਿਲਜੁਲ ਕਰਨੀ ਹੈ, ਇਹਨੇ ਕੀ ਕਹਿਣਾ ਮੈਨੂੰ। ਮੱਛੀ ਨੇੜੇ ਆ ਜਾਂਦੀ ਹੈ। ਜਦੋਂ ਨੇੜੇ ਆਉਂਦੀ ਮਾਰ ਥੱਲੇ ਤੇ ਮਾਰ ਕੇ ਝਵਟ ਤੇ ਉਹ ਲੈ ਜਾਂਦਾ ਤੇ ਬਾਹਰ ਬਹਿ ਕੇ ਖਾ ਲੈਂਦਾ ਉਹਨੂੰ। ਇਸੇ ਤਰ੍ਹਾਂ ਜਿਹੜੇ ਸਾਖਤ ਬੰਦੇ ਹਨ ਉਹ ਭਗਤੀ ਦਾ ਵੀ ਜੇ ਲਿਬਾਸ ਪਾਈ ਬੈਠੇ ਹਨ ਤਾਂ ਉਹਨਾਂ ਦੇ ਅੰਦਰ ਭਗਤੀ ਕੋਈ ਨਹੀਂ। ਜਦੋਂ ਗੁਰੂ ਨੇ ਆਖਣਾ ਉਠੋ ਤੇ ਉਹ ਘੁਸਰ ਕੇ ਬਗਲੇ ਦੀ ਤਰ੍ਹਾਂ ਉਹ ਤਾਂ ਆਪਣਾ ਕੰਮ ਕਰਨਾ, ਉਹਦਾ ਖਾਣਾ ਪੀਣਾ ਬਸ ਜਿੱਦਾਂ ਵੀ ਗੁਰਦੁਆਰੇ ਤੋਂ ਮਿਲੇ, ਮੰਦਰ 'ਚੋਂ ਮਿਲੇ, ਮਸੀਤ 'ਚੋਂ ਮਿਲੇ। ਇਹ ਨਹੀਂ ਕਿ ਗੁਰਦੁਆਰਿਆਂ ਵਿੱਚ ਹੀ, ਮੰਦਰਾਂ ਵਿੱਚ ਵੀ ਉਹੋ ਜਿਹੇ ਬੰਦੇ ਹਨ ਜਿਹੜੇ ਧਰਮ ਸਥਾਨਾਂ ਨੂੰ ਲੁੱਟਣ ਵਾਸਤੇ ਉੱਥੇ ਜਾ ਕੇ ਬਹਿ ਜਾਂਦੇ ਹਨ। ਮਸੀਤਾਂ ਵਿੱਚ ਵੀ ਇਹੋ ਜਿਹੇ ਬੰਦੇ ਹਨ ਜਿਹੜੇ ਉੱਥੇ ਕੋਈ ਨਾ ਕੋਈ ਮਤਲਬ ਹੁੰਦਾ, ਉੱਥੇ ਜਾ ਕੇ ਨਮਾਜ਼ ਪੜ੍ਹਨ ਲੱਗ ਜਾਂਦੇ ਹਨ। ਚਰਚਾਂ ਵਿੱਚ ਵੀ ਇਹੋ ਜਿਹੇ ਬੰਦੇ ਹਨ ਜਿਹੜੇ ਚਰਚ ਵਿੱਚ ਜਾ ਕੇ ਕੋਈ ਨਾ ਕੋਈ ਆਪਣਾ ਕੰਮ ਸਿੱਧਾ ਕਰਨਾ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਕਹਿੰਦਾ ਉਠੋ, ਉਹ ਭਾਈ ਉਠੋ, ਜਾਗੋ, ਚੰਗੇ ਰਾਹ 'ਤੇ ਤੁਰੋ, ਉਹ ਕੰਨੀ ਕਤਰਾ ਜਾਂਦੇ, ਬਹਿ ਜਾਏ ਘੁਸਰ ਬਗਲਾਰੇ, ਇੱਧਰ ਉੱਧਰ ਕਰਕੇ ਪਰੇ ਹੋ ਜਾਂਦੇ ਆ। ਹਾਂਜੀ, ਗੁਰਸਿੱਖਾ ਅੰਦਰ ਸਤਿਗੁਰ ਵਰਤੈ, ਅਤੇ ਗੁਰੂ ਸਾਹਿਬ ਜੀ ਦੇ ਕੋਲੋਂ ਉਹ ਜਦੋਂ ਇੱਧਰ ਉੱਧਰ ਲੁਕ ਜਾਂਦੇ ਨੇ, ਛੁਪ ਜਾਂਦੇ, ਬਹਿ ਜਾਏ ਘੁਸਰ ਮੁਸਰ ਹੋ ਜਾਂਦੇ, ਅਗਾਂ ਪਿਛਾਂ ਸੰਗਤ ਵਿੱਚ ਲੁਕ ਜਾਂਦੇ ਹਨ। ਜਦੋਂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ 5 ਪਿਆਰਿਆਂ ਦੀ ਚੋਣ ਕੀਤੀ, ਉਸ ਵੇਲੇ ਜਿਹੜੇ ਮਾਤੜ ਸਨ ਉਹ ਤਾਂ ਸਿਰ ਗੋਡਿਆਂ 'ਚ ਦੇ ਕੇ ਬਹਿ ਗਏ ਵੀ ਕਿਤੇ ਮਹਾਰਾਜ ਮੈਨੂੰ ਆਵਾਜ਼ ਨਾ ਮਾਰ ਲੈਣ, ਆ ਜਾ ਤੂੰ, ਆ ਜਾ ਸੀਸ ਦੇ ਦੇ। ਧੰਨ ਸਨ ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਸਾਹਿਬ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਜਿਹੜੇ ਕਲਗੀਧਰ ਪਾਤਸ਼ਾਹ ਦੀ ਪ੍ਰੀਖਿਆ 'ਚ ਪਾਸ ਹੋਏ। ਬਹੁਤ ਫੇਲ ਹੋ ਗਏ, ਲੱਖਾਂ ਫੇਲ ਹੋ ਗਏ ਉੱਥੇ। ਭਾਈ ਗਿਆਨੀ ਗਿਆਨ ਸਿੰਘ ਜੀ ਲਿਖਦੇ ਪੰਥ ਪ੍ਰਕਾਸ਼ ਵਿੱਚ, ਜੋ ਛਕੂਏ ਕੁਣਕੇ ਕੇ, ਕੁਣਕਾ ਕਹਿੰਦੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ, ਦੋਹਰਾ ਦੋਹਰਾ ਗੱਫਾ ਲੈਣ ਵਾਲੇ, ਖੁੱਲ੍ਹੇ ਹੱਥ ਭਰ ਕੇ ਛਕਣ ਵਾਲੇ। ਜੋ ਛਕੂਏ ਕੁਣਕੇ ਕੇ ਭਾਗ ਗਏ ਇੱਕ ਠੁਣਕੇ ਸੇ, ਉਹਦੇ ਪਿੱਛੋਂ ਹੀ ਭੱਜ ਗਏ। ਜੋੜੇ ਖਾਨੇ ਕੋਲ ਬੈਠੇ ਸੀ, ਉੱਥੋਂ ਹੀ ਪਿਛਾਂ ਦੀ ਪਿਛਾਂ ਜੋੜੇ ਪਾ ਕੇ ਨਿਕਲ ਗਏ। ਜਦੋਂ ਮਹਾਰਾਜ ਤੰਬੂ 'ਚ ਜਾਂਦੇ ਸੀ ਉਹਨੇ ਨੂੰ ਉਹ 2 4 10 ਵੀ ਉੱਠ ਜਾਂਦੇ ਸੀ ਵੀ ਸਾਡੀ ਵਾਰੀ ਨਾ ਆ ਜਾਏ ਕਿਤੇ। ਗੁਰੂ ਸਾਹਿਬ ਦੀ ਖੇਡ, ਗੁਰੂ ਸਾਹਿਬ ਦੇ ਉਸ ਕਸਵੱਟੀ 'ਤੇ, ਉਸ ਪ੍ਰੀਖਿਆ 'ਤੇ 5 ਹੀ ਪੂਰੇ ਉਤਰੇ। ਜਦੋਂ ਗੁਰੂ ਕਹਿੰਦਾ ਉਠੋ, ਉਹ ਘੁਸਰ ਮੁਸਰ ਹੋ ਜਾਂਦੇ ਹਨ। ਉਹ ਦਬੜੂ ਘੁਸੜੂ ਖਾਲਸੇ ਦੀ ਬੋਲੀ ਹੈ,
ਨਿਹੰਗਾਂ ਸਿੰਘਾਂ 'ਚ ਬੋਲਦੇ ਹੁੰਦੇ ਆ ਦਬੜੂ ਕੁਸੜੂ। ਦਬੜੂ ਕੁਸੜੂ ਹੁੰਦਾ ਜਿਹੜੇ ਨੂੰ ਕਹੀਏ ਵੀ ਆ ਕੋਈ ਸੇਵਾ ਕਰ ਤੇ ਉਹ ਜਾ ਕੇ ਰਜਾਈ 'ਚ ਲੁੱਕ ਜਾਵੇ, ਇੱਧਰ ਉੱਧਰ ਕੰਨੀ ਕਤਰਾ ਜਾਵੇ, ਕੱਚਾ ਪੇਲਾ ਸੇਵਾ ਤੋਂ ਕੋਈ ਵੀ ਕੰਮ ਹੋਵੇ ਉਹ ਭੱਜ ਗਏ। ਜਿਵੇਂ ਕਲਗੀਧਰ ਪਾਤਸ਼ਾਹ ਨੂੰ ਪਤਾ ਲੱਗਾ ਵੀ ਕੱਲ੍ਹ ਰਾਜਿਆਂ ਦਾ ਹਾਥੀ ਆਉਣਾ, ਉਹਨੇ ਕਿਲ੍ਹੇ ਲੋਹਗੜ੍ਹ ਨੂੰ ਟੱਕਰ ਮਾਰਨੀ ਹੈ ਅਤੇ ਕਿਲ੍ਹੇ ਲੋਹਗੜ੍ਹ ਦਾ ਦਰਵਾਜ਼ਾ ਤੋੜ ਕੇ ਪਹਿਲਾ ਮੋਰਚਾ ਸਿੱਖਾਂ ਦਾ ਉੱਥੇ ਹੈ, ਉਹ ਫਤਿਹ ਕਰਨਗੇ, ਫਿਰ ਦੂਸਰੇ ਕਿਲ੍ਹਿਆਂ 'ਤੇ ਵੀ ਹਮਲਾ ਕਰਨਗੇ ਅਤੇ ਇਸ ਤਰ੍ਹਾਂ ਬੜਾ ਨੁਕਸਾਨ ਕਰਨਗੇ। ਪਹਾੜੀ 1,57,000 ਫੌਜ ਸੀ ਤੁਰਕ ਪਹਾੜੀਆਂ ਦੀ, ਰਾਜਾ ਭੀਮ ਚੰਦ, ਰਾਜਾ ਕੇਸਰੀ ਚੰਦ। ਅਤੇ ਸਤਿਗੁਰਾਂ ਦੇ ਦਰਬਾਰ 'ਚ ਚਰਚਾ ਚੱਲੀ ਵੀ ਮਹਾਰਾਜ ਕੱਲ੍ਹ ਹਾਥੀ ਆ ਰਿਹਾ। ਮਹਾਰਾਜ ਕਹਿੰਦੇ ਕੋਈ ਨਹੀਂ, ਸਾਡਾ ਹਾਥੀ ਦੁਨੀ ਚੰਦ ਹੈ, ਬੜਾ ਜਵਾਨ, 6.5-7 ਫੁੱਟ ਲੰਮਾ, ਬੜੀ 3.5 ਮਣ ਦੀ ਦੇਹ ਉਹਦੀ, ਅਤੇ ਚੰਗਾ ਖਾ ਖਾ ਕੇ ਕੜਾਹ ਪ੍ਰਸ਼ਾਦ ਦੀ ਪਰਾਤ ਇਕੱਲਾ ਹੀ ਛਕ ਜਾ ਕਰੇ। ਮਹਾਰਾਜ ਨੇ ਜਦੋਂ ਕਿਹਾ ਤੇ ਅੰਦਰੋਂ ਦਿਲ ਹਿੱਲ ਗਿਆ, ਹੌਸਲਾ ਨਾ ਪਿਆ ਕਿ ਬੜੀ ਲੰਮੀ ਕਥਾ ਭਾਈ ਸੰਤੋਖ ਸਿੰਘ ਜੀ ਨੇ ਤਾਂ ਲਿਖੀ ਹੈ ਵੀ ਰਾਤ ਨੂੰ ਪਹਿਲਾਂ ਤਾਂ ਗਿਆ ਭਾਈ ਦਇਆ ਸਿੰਘ ਦੇ ਘਰ, ਭਾਈ ਸਾਹਿਬ ਜੀ ਤੁਸੀਂ ਮਹਾਰਾਜ ਨੂੰ ਮਨਾ ਲਓ, ਮਹਾਰਾਜ ਨੂੰ ਕਹੋ ਵੀ ਨਾ ਹਾਥੀ ਦਾ ਮੁਕਾਬਲਾ ਬੰਦਾ ਨਹੀਂ ਕਰ ਸਕਦਾ, ਮਹਾਰਾਜ ਨੂੰ ਸਮਝਾਓ ਵੀ ਸੁਲ੍ਹਾ ਕਰ ਲੈਣ ਪਹਾੜੀਆਂ ਨਾਲ। ਭਾਈ ਦਇਆ ਸਿੰਘ ਜੀ ਕਹਿੰਦੇ ਕਿ ਦੁਨੀ ਚੰਦ ਜੀ ਤੁਸੀਂ ਗੁਰੂ ਘਰ ਦੇ ਵੱਡੇ ਮਸੰਦ ਯੋਧੇ ਹੋ, ਤੁਹਾਡੇ ਵਰਗਾ ਕਿਹੜਾ, ਤੁਸੀਂ ਕਿਉਂ ਡਰਦੇ ਹੋ? ਮਹਾਰਾਜ ਦੇ ਕੀੜੀ ਨੂੰ ਵੀ ਬਲ ਦੇ ਦੇਣ ਤੇ ਹਾਥੀ ਨੂੰ ਮਾਰ ਲਏਗੀ, ਅਤੇ ਤੁਸੀਂ ਤਾਂ ਐਡੇ ਸੂਰਮੇ, ਆਪਾਂ ਇਸੇ ਹਾਥੀ ਤੋਂ ਡਰ ਕੇ ਸੁਲ੍ਹਾ ਕਰ ਲਈਏ। ਕਹਿੰਦੇ ਫਿਰ ਸਾਰੇ ਪੰਜਾਂ ਪਿਆਰਿਆਂ ਦੇ ਘਰ 'ਚ ਗਿਆ। ਫਿਰ ਕਹਿੰਦੇ ਜਦੋਂ ਪੰਜਾਂ ਪਿਆਰਿਆਂ ਨੇ ਵੀ ਨਾ ਮੰਨੀ, ਫਿਰ ਹੋਰ ਭਾਈ ਮਨੀ ਸਿੰਘ, ਭਾਈ ਨੰਦ ਲਾਲ, ਮੁਖੀ ਜਿਹੜੇ ਸੀ ਗੁਰੂ ਘਰ ਦੇ, ਸਾਰਿਆਂ ਕੋਲ ਗਿਆ। ਅਖੀਰ 'ਚ ਭਾਈ ਰਾਮ ਕੋਇਰ ਜੀ ਦੇ ਘਰ ਗਿਆ ਸੀ। ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ, ਉਹਨਾਂ ਕੋਲ ਜਾ ਕੇ ਕਹਿਣ ਲੱਗਾ ਭਾਈ ਰਾਮ ਕੋਇਰ ਜੀ, ਕਲਗੀਧਰ ਪਾਤਸ਼ਾਹ ਹੋਰ ਭਾਵੇਂ ਕਿਸੇ ਦੀ ਗੱਲ ਮੰਨਣ ਨਾ ਮੰਨਣ, ਪਰ ਤੁਹਾਡਾ ਬਚਨ ਉਹ ਬਹੁਤ ਜ਼ਿਆਦਾ ਮੰਨਦੇ ਆ, ਪੂਰਾ ਹੀ ਮੰਨਦੇ ਆ, ਕੋਈ ਨਾ ਨਹੀਂ ਕਰਦੇ ਤੁਹਾਨੂੰ। ਜੇ ਤੁਸੀਂ ਦਿਨ ਨੂੰ ਵੀ ਰਾਤ ਕਹਿ ਦਿਓ ਅਤੇ ਕਲਗੀਧਰ ਮੰਨ ਲੈਂਦੇ ਆ ਵੀ ਰਾਤ ਹੀ ਹੈ, ਕਿਉਂਕਿ ਤੁਹਾਨੂੰ ਉਹ ਬ੍ਰਹਮ ਗਿਆਨੀ ਮੰਨਦੇ ਆ। ਬਾਬਾ ਬੁੱਢਾ ਸਾਹਿਬ ਜੀ ਦੀ 7ਵੀਂ ਪੀੜ੍ਹੀ ਹੋਈ ਰਾਮ ਕੋਇਰ, ਜਿਨ੍ਹਾਂ ਨੇ ਹਜ਼ੂਰ 10ਵੇਂ ਪਾਤਸ਼ਾਹ ਨੂੰ ਤਿਲਕ ਦਿੱਤਾ ਸੀ ਗੁਰਿਆਈ ਦਾ, ਪੂਰਨ ਬ੍ਰਹਮ ਗਿਆਨੀ ਤਤ ਬੇਤੇ। ਅਤੇ ਤੁਸੀਂ ਚੱਲੋ, ਤੁਸੀਂ ਮਹਾਰਾਜ ਨੂੰ ਕਹੋ ਵੀ ਪਹਾੜੀਆਂ ਨਾਲ ਸੁਲ੍ਹਾ ਕਰ ਲੈਣਾ। ਭਾਈ ਰਾਮ ਕੋਇਰ ਜੀ ਨੇ ਕਥਾ ਆਪ ਲਿਖਵਾਈ ਹੈ 100 ਸਾਖੀ ਵਿੱਚ, ਅਤੇ ਗੁਰਪ੍ਰਤਾਪ ਸੂਰਜ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਰਾਮ ਕੋਇਰ ਜੀ ਕਹਿੰਦੇ ਮੇਰੇ ਘਰ ਆਇਆ ਰਾਤ ਨੂੰ, ਅੱਧੀ ਰਾਤ ਨੂੰ, ਦਰਵਾਜ਼ਾ ਖੜਕਾ ਕੇ ਕਹਿੰਦਾ ਭਾਈ ਸਾਹਿਬ ਚਲੋ ਹੁਣੇ ਉੱਠੋ, ਕਹਿੰਦੇ ਮਹਾਰਾਜ ਨੂੰ ਆਖੋ ਵੀ ਸੁਲ੍ਹਾ ਕਰ ਲੈਣ। ਭਾਈ ਸਾਹਿਬ ਕਹਿੰਦੇ ਮੈਂ ਉਹਨੂੰ ਆਖਿਆ ਕਿ ਤੂੰ ਕਿਹੜੇ ਚੱਕਰ 'ਚ ਪੈ ਗਿਆ, ਤੈਨੂੰ ਤਾਂ ਵਡਿਆਈ ਮਿਲਣੀ ਹੈ, ਹਾਥੀ ਦਾ ਗੁਰੂ ਸਾਹਿਬ ਦੀ ਕਿਰਪਾ ਨੇ ਮਾਰਨਾ, ਤੂੰ ਨਹੀਂ ਮਾਰਨਾ ਹਾਥੀ, ਹਾਥੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਰਨਾ ਹੈ, ਉਹਨਾਂ ਦੀ ਸ਼ਕਤੀ ਨਾਲ ਮਰਨਾ। ਤੈਨੂੰ ਸਿਰਫ ਵਡਿਆਈ, ਤੈਨੂੰ ਸਿਰਫ ਨਾਂ ਹੋਣਾ ਤੇਰਾ ਵੀ ਦੁਨੀ ਚੰਦ ਨੇ ਮਾਰਿਆ। ਪਰ ਉਹ ਅੰਦਰੋਂ ਕੱਚਾ ਸੀਗਾ, ਦਬੜੂ ਕੁਸੜੂ ਸੀਗਾ, ਬਹਿ ਜਾਏ ਕੁਸਰ ਬਗਲਾਰੇ। ਜਦੋਂ ਰਾਮ ਕੋਇਰ ਨੇ ਵੀ ਜਵਾਬ ਤਾਂ ਕਹਿੰਦਾ ਤੇਰੇ 'ਤੇ ਬੜਾ ਬਾਬਾ ਜੀ ਮੈਨੂੰ ਭਰੋਸਾ ਸੀ ਵੀ ਤੂੰ ਸਾਡੇ ਮਾਝੇ ਦਾ ਹੈ, ਕਿਉਂਕਿ ਬਾਬਾ ਰਾਮ ਕੋਇਰ ਸਾਹਿਬ ਜੀ ਰਮਦਾਸ ਦੇ ਸਨ, ਬਾਬਾ ਬੁੱਢਾ ਸਾਹਿਬ ਜੀ ਦੇ ਅੰਸ ਬੰਸ ਵਿੱਚੋਂ, ਅਤੇ ਇਹ ਦੁਨੀ ਚੰਦ ਵੀ ਉੱਥੋਂ ਦਾ ਹੀ ਸੀ, ਅੰਮ੍ਰਿਤਸਰ ਦਾ। ਭਾਈ ਸਾਲੋ ਦਾ ਪੋਤਰਾ ਸੀ ਇਹ। ਭਾਈ ਸਾਲੋ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ ਦਾਦਾ ਜੀ, ਅਤੇ ਉਹਨਾਂ ਨੇ ਸਤਿਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜਿੰਨੀ ਸੇਵਾ ਸਰੋਵਰ ਦੀ ਉਹਨਾਂ ਨੇ ਕੀਤੀ, ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਉਹਨਾਂ ਦਾ ਸਥਾਨ ਵੀ ਹੈ ਸਾਲੋ ਦਾ ਟੋਭਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਬਣਿਆ ਹੋਇਆ। ਸੋ ਭਾਈ ਸਾਲੋ ਦਾ ਪੋਤਰਾ ਹੋ ਕੇ ਡਰ ਗਿਆ। ਫਿਰ ਵੀ ਖੇੜਾ ਕਰਮਾਂ ਦੀ ਕੋਈ ਪਤਾ ਨਹੀਂ। ਹਾਂ, ਅੱਗੋਂ ਇਹਦੇ ਬੱਚੇ ਜਿਹੜੇ ਸਨ, ਅੱਗੋਂ ਸਰੂਪ ਸਿੰਘ ਹੋਰੀ, ਉਹ ਫਿਰ ਮਹਾਰਾਜ ਦੀ ਫੌਜ 'ਚ ਭਰਤੀ ਹੋਏ ਸੀ। ਆ ਕੇ ਉਹਨਾਂ ਨੇ ਆਪਣੇ ਕੁੱਲ ਦਾ ਜਿਹੜਾ ਸੀ ਨਾ ਉਹ ਮਰਿਆਦਾ ਕਾਇਮ ਰੱਖੀ ਸੀ ਵੀ ਸਾਡੇ ਬਾਪੂ ਤੋਂ ਗਲਤੀ ਹੋ ਗਈ, ਪਰ ਅਸੀਂ ਤਾਂ ਨਹੀਂ ਹੁਣ ਭੱਜਣਾ। ਸੋ ਇਹ ਕਹਿਣ ਦਾ ਮਤਲਬ ਹੈ ਵੀ ਦੁਨੀ ਚੰਦ ਕੰਧ ਟੱਪ ਕੇ ਨਾ ਰੱਸਾ ਰਟਕਾ ਕੇ ਟੱਪਿਆ ਸੀਗਾ ਅਤੇ ਲੱਤ ਟੁੱਟ ਗਈ ਸੀਗੀ। ਘਰ ਜਾ ਕੇ ਸੱਪ ਲੜ ਕੇ ਮਰ ਗਿਆ ਸੀ। ਜਦੋਂ ਗੁਰੂ ਕਹਿੰਦਾ ਉੱਠੋ, ਅਤੇ ਕੱਚੇ ਪਿੱਲੇ ਭੱਜ ਜਾਂਦੇ ਹਨ।
ਭਾਈ ਬਚਿੱਤਰ ਸਿੰਘ 'ਤੇ ਕਿਰਪਾ ਹੋਈ, ਉਹਨਾਂ ਨੇ ਹਾਥੀ ਨੂੰ ਨਾਗਣੀ ਮਾਰ ਕੇ ਭਜਾ ਦਿੱਤਾ, ਮੈਦਾਨੇ ਜੰਗ ਵਿੱਚ ਫਤਿਹ ਕਰ ਦਿੱਤਾ। ਸੋ ਗੁਰੂ ਸਾਹਿਬ ਦੇ ਕੋਲ ਆਉਂਦੇ ਤਾਂ ਹਨ, ਪਰ ਉਹ ਕੱਚੇ ਪਿੱਲੇ ਗੁਰੂ ਦੀ ਕਾਢ ਨਹੀਂ ਕੱਢ ਸਕਦੇ, ਝਾਲ ਨਹੀਂ ਚੱਲ ਸਕਦੇ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਗੁਰੂ ਦੇ ਸਿੱਖਾਂ ਵਿੱਚ ਗੁਰੂ ਵਰਤਦਾ ਹੈ। ਜਿਹੜੇ ਗੁਰੂ ਦੇ ਸਿੱਖ ਹਨ ਉਹਨਾਂ ਵਿੱਚ ਤੇ ਗੁਰੂ 'ਚ ਫਰਕ ਹੀ ਕੋਈ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਆਪੇ ਗੁਰ ਚੇਲਾ, ਗੁਰੂ ਦੇ ਚੇਲਾ ਦੋ ਨਜ਼ਰ ਆਉਂਦੇ ਨੇ ਸਾਨੂੰ, ਇਹ ਗੁਰੂ ਹੈ, ਇਹ ਚੇਲਾ। ਪਰ ਜਦੋਂ ਗੁਰਬਾਣੀ ਦੇ ਅੰਦਰ ਜਾ ਕੇ ਅਸੀਂ ਝਾਤੀ ਮਾਰਦੇ ਹਾਂ, ਫਿਰ ਚੇਲਾ ਤੇ ਗੁਰੂ ਇੱਕੋ ਹੀ ਨੇ। ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਿਡਾਣੀ। ਅਨੰਦਪੁਰ ਸਾਹਿਬ ਘੇਰਾ ਪਿਆ ਹੋਇਆ ਸੀਗਾ, 9 ਮਹੀਨੇ ਘੇਰਾ ਰਿਹਾ। ਉਸ ਵੇਲੇ ਸਾਧ ਸੰਗਤ ਜੀ, ਤੁਰਕ ਜਿਹੜੇ ਸੀ 10 ਲੱਖ ਫੌਜ ਸੀ ਤੁਰਕਾਂ ਦੀ, ਅਤੇ ਘੇਰਾ ਇੰਨਾ ਤਗੜਾ ਸੀ ਵੀ ਅੰਦਰ ਅਨਾਜ ਦਾ ਇੱਕ ਦਾਣਾ ਵੀ ਨਹੀਂ ਸੀ ਜਾਣ ਦਿੰਦੇ ਬਾਹਰੋਂ। ਕਿਸੇ ਬੰਦੇ ਨੂੰ ਅੰਦਰ ਨਹੀਂ ਸੀ ਜਾਣ ਦਿੰਦੇ, ਅੰਦਰ ਵਾਲੇ ਨੂੰ ਬਾਹਰ ਨਹੀਂ ਸੀ ਨਿਕਲ ਦਿੰਦੇ। ਅੰਦਰ ਸਿੰਘ ਭੁੱਖੇ ਭਾਣੇ ਸਨ, ਬੜੇ ਕੜਾਕੇ ਸਨ, ਅਤੇ ਕੜਾਕਿਆਂ ਵਿੱਚ ਖਾਲਸਾ ਫਿਰ ਰਾਤ ਨੂੰ ਗੱਜਦਾ ਸੀਗਾ। ਸਿੰਘ ਨਿਕਲਦੇ ਸੀ ਜਾ ਕੇ, ਅਤੇ ਉਹ ਤੁਰਕਾਂ ਦੇ ਮੋਰਚਿਆਂ 'ਚ ਹੱਲਾ ਕਰਕੇ, ਕੱਟ ਵੱਢ ਕਰਕੇ ਉਹਨਾਂ ਦੇ ਘੋੜੇ ਖੋਹ ਲਿਆਣੇ, ਉਹਨਾਂ ਦਾ ਰਾਸ਼ਨ ਪਾਣੀ, ਖਾਸ ਕਰਕੇ ਆਟਾ ਦਾਲ ਮਿਲੇ ਤੇ ਚੁੱਕ ਲਿਆਉਣਾ, ਘਾਹ ਪੱਠਾ ਮਿਲੇ ਤੇ ਘੋੜਿਆਂ ਲਈ ਘਾਹ ਪੱਠਾ ਲੈ ਆਉਣਾ। ਇੱਦਾਂ ਸਿੰਘ ਹੱਲੇ ਨਾਲ ਕੰਮ ਕਰਦੇ ਸੀਗੇ। ਇੱਕ ਦਿਨ ਦਾ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਬਿਰਾਜੇ ਸੀਗੇ, ਸਿੰਘਾਂ ਨੇ ਗੁਰਮਤਾ ਕੀਤਾ ਵੀ ਅੱਜ ਮੌਕਾ ਮਾਰ ਆਈਏ ਮੋਰਚਾ। ਉਹ ਕਹਿੰਦੇ ਫਿਰ ਆ ਗਿਆ, ਕਹਿੰਦੇ ਆ ਗਿਆ ਕਿਵੇਂ ਲਈਏ, ਉੱਤੇ ਬਿਰਾਜੇ ਹੋਏ ਨੇ। ਹੁਣ ਸਤਿਗੁਰੂ ਅੱਧੀ ਰਾਤ ਨੂੰ ਉਠਾ ਕੇ ਆਗਿਆ ਲਈਏ, ਪਤਾ ਨਹੀਂ ਆਗਿਆ ਦੇਣ ਨਾ ਦੇਣ, ਉੱਦਾਂ ਹੀ ਨਾਰਾਜ਼ ਹੋ ਜਾਣ ਵੀ ਸਾਨੂੰ ਸੁੱਖ ਨਹੀਂ ਲੈਣ ਦਿੱਤਾ। ਅਤੇ ਗੁਰੂ ਸਾਹਿਬ ਨੂੰ ਫਿਰ ਕਹਿੰਦੇ ਜਾਣਾ ਵੀ ਜ਼ਰੂਰੀ ਆ। ਆਪਾਂ ਸਿੰਘ ਕਹਿੰਦੇ, ਉਹ ਕਹਿੰਦੇ ਜਾਣਾ ਜ਼ਰੂਰੀ ਆ ਗਿਆ। ਫਿਰ ਉਹ ਕਹਿੰਦੇ ਭਾਈ ਦਇਆ ਸਿੰਘ ਜੀ ਕੋਲ ਲੈ ਲੈਂਦੇ ਹਾਂ। ਵੇਖੋ ਸਾਧ ਸੰਗਤ ਜੀ, ਕਿੱਥੇ ਖੇਡ ਸਮਝਣ ਵਾਲੀ ਹੈ। ਗੁਰਪ੍ਰਤਾਪ ਸੂਰਜ 'ਚ ਬਚਨ ਆਉਂਦੇ। ਕਹਿੰਦੇ ਜੇ ਮਹਾਰਾਜ ਤੋਂ ਆਗਿਆ ਨਹੀਂ, ਜੇ ਮਹਾਰਾਜ ਵਿਰਾਮ ਕਰਦੇ ਤਾਂ ਆਪਾਂ ਭਾਈ ਦਇਆ ਸਿੰਘ ਤੋਂ ਆਗਿਆ ਲੈ ਲੈਂਦੇ ਹਾਂ। ਭਾਈ ਦਇਆ ਸਿੰਘ ਵੀ ਤਾਂ ਮਹਾਰਾਜ ਦਾ ਹੀ ਰੂਪ ਨੇ। ਆਖੋ ਸ੍ਰੀ ਵਾਹਿਗੁਰੂ। ਕਿੱਡਾ ਉਹਨਾਂ ਦਾ ਰੁਤਬਾ ਸੀ ਪੰਥ ਵਿੱਚ। ਸਿੰਘ ਕਹਿੰਦੇ ਵੀ ਆਪਾਂ ਭਾਈ ਸਾਹਿਬ ਦਇਆ ਸਿੰਘ ਜੀ ਕੋਲ ਚੱਲੀਏ। ਸਾਰੇ ਭਾਈ ਸਾਹਿਬ ਕੋਲ ਗਏ, ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਬਿਰਾਜੇ ਹੋਏ ਹੈ, ਅਤੇ ਆਪ ਜੀ ਆਗਿਆ ਦੇ ਦਿਓ, ਅਸੀਂ ਜਾ ਕੇ ਮੋਰਚਾ ਫਤਿਹ ਕਰ ਆਈਏ। ਉਹ ਕਹਿੰਦੇ ਜਾਓ। ਸੋ ਖਾਲਸਾ ਜੀ, ਇਹ ਗੁਰੂ ਦੀ ਅਤੇ ਸਿੱਖ ਦੀ ਅਭੇਦਤਾ ਹੀ ਹੈ, ਹੋਰ ਕੀ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ, ਗੁਰੂ ਸਾਹਿਬ ਆਪਣੇ ਸਿੱਖਾਂ ਦੇ ਵਿੱਚ ਵਰਤਦੇ ਹਨ। ਹਾਂਜੀ, ਚੁਣ ਕੱਢੇ ਲੱਧੋ ਵਾਰੇ। ਉਹ ਜਿਹੜੇ ਬਰੀਕ ਬਿਰਤੀ ਵਾਲੇ ਸਿੱਖ ਹੁੰਦੇ ਆ ਨਾ, ਉਹਨਾਂ ਦੇ ਵਿੱਚ ਜਾ ਕੇ ਜਦੋਂ ਸਾਕਤ ਬਹਿ ਜਾਂਦੇ ਆ ਲੁੱਕ ਕੇ, ਤਾਂ ਉਹ ਗੁਰਸਿੱਖ ਉਹਨਾਂ ਨੂੰ ਚੁਣ ਕੇ ਕੱਢ ਲੈਂਦੇ ਆ। ਚੁਣ ਕੱਢੇ ਲੱਧੋ ਵਾਰੇ, ਉਹ ਲੱਭ ਲੈਂਦੇ, ਕਹਿੰਦੇ ਆਹ ਕੱਚਾ ਐਪਲ। ਉਹ ਸੇਵਾ ਤੋਂ ਹੀ ਪਰਖ ਹੋ ਜਾਣੀ ਹੈ ਨਾ, ਸੇਵਾ ਤੋਂ ਹੀ ਪਤਾ ਲੱਗ ਜਾਣਾ ਹੈ ਬੰਦੇ ਦਾ ਵੀ ਇਹ ਬੰਦਾ ਕਿੱਥੇ ਖੜ੍ਹਾ ਹੈ। ਉਹ ਗੁਰਮੁਖ ਦੀ ਅਵਸਥਾ ਉਹ ਵੱਖਰੀ ਝਲਕਣੀ ਹੈ, ਮਨਮੁਖ ਦੀ ਵੱਖਰੀ ਝਲਕਣੀ ਹੈ। ਸਾਹਿਬ ਗੁਰੂ ਅੰਗਦ ਦੇਵ ਜੀ ਦੇ ਸਮੇਂ ਇੱਕ ਮੇਰੇ ਵਰਗਾ ਆ ਗਿਆ। ਉਹ ਜਦੋਂ ਲੰਗਰ ਦਾ ਟਾਈਮ ਹੋਇਆ ਕਰੇ, ਥਾਲ ਲੈ ਕੇ ਬਹਿ ਜਾ ਕਰੇ, ਅਤੇ ਲੰਗਰ ਤੋਂ ਬਾਅਦ ਕੋਠੜੀ 'ਚ ਵੜ ਕੇ ਸੌਂ ਜਾ ਕਰੇ। ਸਿੱਖਾਂ ਨੇ ਕਹਿਣਾ ਭਰਾ ਤੂੰ ਸੇਵਾ ਕਰਿਆ ਕਰ, ਕੋਈ ਸੇਵਾ ਕਰਿਆ ਕਰ। ਉਹਨੇ ਕਹਿਣਾ ਜਦੋਂ ਗੁਰੂ ਸਾਹਿਬ ਕਹਿਣਗੇ ਨਾ ਉਦੋਂ ਕਰਾਂਗਾ, ਤੁਹਾਡੇ ਆਖੇ ਨਹੀਂ ਕਰਨੀ। ਜਦੋਂ ਮਹਾਰਾਜ ਕਹਿਣਗੇ ਉਦੋਂ ਕਰ ਲਾਂਗਾ, ਤੁਹਾਡੇ ਆਖੇ ਨਹੀਂ ਕਰਨੀ। ਉਹ ਸਿੱਖ ਕਹਿੰਦੇ ਠੀਕ ਹੈ, ਜਦੋਂ ਮਹਾਰਾਜ ਕਹਿਣਗੇ ਉਦੋਂ ਕਰ ਲੈਣੀ ਭਾਈ। ਇੱਕ ਦਿਨ ਕੀ ਹੋਇਆ ਵੀ ਸਤਿਗੁਰੂ ਅੰਗਦ ਦੇਵ ਜੀ ਉਹਦੀ ਕੋਠੜੀ ਦੇ ਸਾਹਮਣੇ ਹੀ ਪ੍ਰਸ਼ਾਦਾ ਛਕਣ ਬੈਠ ਗਏ। ਜਦੋਂ ਘੰਟੀ ਵੱਜੀ ਪ੍ਰਸ਼ਾਦੇ ਦੀ, ਉਹ ਆਪਣੇ ਫਟਾਫਟ ਉੱਠਿਆ, ਦਰਵਾਜ਼ਾ ਖੋਲ੍ਹਿਆ, ਦੇ ਕੇ ਗੁਰੂ ਸਾਹਿਬ ਬੈਠੇ ਹੋਏ। ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਅਤੇ ਮਹਾਰਾਜ ਅੰਤਰਜਾਮੀ ਸਤਿਗੁਰੂ ਕਹਿੰਦੇ ਭਾਈ ਕੀ ਕੰਮ ਕਰਦਾ ਹੁਣ। ਹੈ ਸੀ ਸਾਖਤ, ਦੁਸ਼ਟ ਬੰਦਾ ਸੀਗਾ, ਪਰ ਸਿੱਖਾਂ ਦੇ ਵਿੱਚ ਰਲ ਕੇ ਆਪਣਾ ਪ੍ਰਸ਼ਾਦਾ ਪਾਣੀ ਚਲਾਉਂਦਾ ਸੀ। ਮਹਾਰਾਜ ਕਹਿੰਦੇ ਕੀ ਸੇਵਾ ਕਰਦਾ। ਕਹਿੰਦਾ ਜੀ ਮੈਂ ਸੋਚਿਆ ਵੀ ਜਦੋਂ ਤੁਸੀਂ ਸੇਵਾ ਕਹੋਗੇ ਉਦੋਂ ਕਰਾਂਗਾ। ਉਹਦਾ ਭਾਵ ਇਹ ਸੀ ਵੀ ਗੁਰੂ ਸਾਹਿਬ ਦੀ ਨਜ਼ਰ 'ਚ ਮੇਰੇ ਨੰਬਰ ਬਣਨਗੇ, ਉਹ ਕੰਮ ਕਹਿਣਗੇ ਮੈਂ ਕਰਾਂਗਾ। ਸਿੱਖਾਂ ਦੇ ਆਖੇ ਮੈਂ ਕਿਉਂ ਕਰਾਂ, ਇਹ ਤਾਂ ਮੇਰੇ ਵਰਗੇ ਹੀ ਨੇ। ਇਹ ਵੀ ਜਿਹੜੀ ਬੜੀ ਵੱਡੀ ਦਿੱਕਤ ਹੁੰਦੀ ਜਦੋਂ ਅਸੀਂ ਆਪਣੇ ਭਰਾਵਾਂ ਨੂੰ ਆਪਣੇ ਤੋਂ ਨੀਵਾਂ ਸਮਝਦੇ ਹਾਂ, ਉਹਨਾਂ ਦਾ ਬਚਨ, ਗੁਰੂ ਦਾ ਬਚਨ ਨਹੀਂ ਮੰਨਦੇ, ਅਤੇ ਉਹਨਾਂ ਨੂੰ ਛੋਟਾ ਸਮਝਦੇ ਹਾਂ। ਆਖੋ ਸ੍ਰੀ ਵਾਹਿਗੁਰੂ।
ਸਤਿਗੁਰੂ ਕਹਿਣ ਲੱਗੇ, ਭਾਈ ਸਾਡੇ ਆਖੇ ਸੇਵਾ ਕਰਨੀ ਹੈ? ਕਹਿੰਦਾ ਹਾਂ ਜੀ, ਤੁਹਾਡੇ ਆਖੇ ਕਰਨੀ ਹੈ। ਪਹਿਲਾਂ ਹੀ ਜਾਣਦੇ ਸੀ ਮਹਾਰਾਜ ਤਾਂ ਵੀ ਇਹ ਕਿੱਥੇ ਖੜਾ ਹੈ। ਮਹਾਰਾਜ ਕਹਿੰਦੇ ਫਿਰ ਸਾਡਾ ਬਚਨ ਇਹ ਹੈ ਵੀ ਅੱਗ ਬਾਲ ਲੈ, ਲੱਕੜਾਂ ਇਕੱਠੀਆਂ ਕਰਕੇ ਤੇ ਛਾਲ ਮਾਰ ਕੇ ਸੜ ਕੇ ਮਰ ਜਾ। ਹੁਣ ਸਾਧ ਸੰਗਤ ਜੀ, ਜਿਹੜਾ ਸਕੂਲ ਦਾ ਇਮਤਿਹਾਨ ਹੁੰਦਾ ਉਹ ਤਾਂ ਹੋਰ ਹੁੰਦਾ, ਅਤੇ ਜੇ ਯੂਨੀਵਰਸਿਟੀ ਚਲੇ ਜਾਈਏ ਉੱਥੇ ਇਮਤਿਹਾਨ ਵੱਡਾ ਹੁੰਦਾ। ਸਿੱਖਾਂ ਨੇ ਤਾਂ ਭਾਂਡੇ ਹੀ ਮਜਵਾਣੇ ਸੀ ਅਤੇ ਗੁਰੂ ਸਾਹਿਬ ਸੇਵਾ ਵੱਡੀ ਦੱਸ ਦਿੱਤੀ, ਕੰਮ ਵੱਡਾ ਦੱਸਤਾ। ਜਾ ਕੇ ਲੱਕੜਾਂ ਇਕੱਠੀਆਂ ਕਰਕੇ ਨਾ ਅੱਗ ਬਾਲ ਕੇ ਅਤੇ ਉਹਦੇ ਨੇੜੇ ਜਾਇਆ ਕਰੇ ਅਤੇ ਫਿਰ ਸੇਕ ਲੱਗਿਆ ਕਰੇ ਅਤੇ ਪਿੱਛੇ ਮੁੜ ਆਇਆ ਕਰੇ, ਫਿਰ ਜਾਇਆ ਕਰੇ, ਫਿਰ ਸੋਚੇ ਕਹਿੰਦਾ ਮੈਂ ਕਿੱਥੇ ਫਸ ਗਿਆ। ਕਹਿੰਦਾ ਮੈਂ ਕਾਹਨੂੰ ਕਹਿਣਾ ਸੀ ਗੁਰੂ ਸਾਹਿਬ ਕੋਲ, ਮੈਂ ਕੀ ਲੈਣ ਆਉਣਾ ਸੀ, ਇਹੋ ਜਿਹੇ ਗੁਰੂ ਤੋਂ ਮੈਂ ਕੀ ਲੈਣਾ ਸੀ। ਨਾਸਤਕ ਬੰਦਾ ਸੀਗਾ, ਉਹਨੂੰ ਕੀ ਪਤਾ ਵੀ ਗੁਰੂ ਦੇ ਬਚਨ 'ਚ ਕੀ ਸ਼ਕਤੀ ਹੁੰਦੀ ਹੈ। ਉਹ ਇੱਦਾਂ ਜਾਇਆ ਕਰੇ, ਆ ਜਾ ਕਰੇ ਅੱਗ ਦੇ ਨੇੜੇ, ਅੱਗੇ ਪਿੱਛੇ ਹੋਈ ਜਾਵੇ। ਉੱਧਰੋਂ ਇੱਕ ਚੋਰ ਚੋਰੀ ਕਰਕੇ ਸੋਨੇ ਦੇ ਗਹਿਣਿਆਂ ਦਾ ਡੱਬਾ ਲੈ ਕੇ ਦੌੜਿਆ, ਉੱਥੋਂ ਦੀ ਲੰਘਿਆ ਅਤੇ ਉਹਨੇ ਆਖਿਆ ਇਹ ਕੀ ਹੋ ਰਿਹਾ? ਅੱਗ ਬਲਦੀ, ਬੰਦਾ ਨੇੜੇ ਜਾਂਦਾ, ਸੇਕ ਲੱਗਦਾ, ਪਿੱਛੇ ਆ ਜਾਂਦਾ, ਫਿਰ ਅੱਗੇ ਜਾਂਦਾ, ਫਿਰ ਪਿੱਛੇ ਆ ਜਾਂਦਾ। ਉਹਨੇ ਆਖਿਆ ਤੂੰ ਕੀ ਕਰਦਾ? ਉਹਦੇ ਪਿੱਛੇ, ਚੋਰ ਦੇ ਪਿੱਛੇ ਲੋਕ ਲੱਗੇ ਸੀ ਉਹਨੂੰ ਫੜਨ ਵਾਸਤੇ। ਉਹ ਵੀ ਕਾਲਾ ਸੀਗਾ, ਉਹਨੇ ਕਾਹਲੀ ਪੁੱਛਿਆ ਤੂੰ ਕੀ ਕਰਦਾ? ਉਹ ਕਹਿੰਦਾ ਮੈਂ ਤਾਂ ਮੁਸੀਬਤ ਦਾ ਮਾਰਿਆ, ਮੇਰੇ ਤੇ ਗੁਰੂ ਨੇ ਮੈਨੂੰ ਫਸਾਤਾ। ਕਹਿੰਦਾ ਉਹ ਕਹਿੰਦਾ ਅੱਗ 'ਚ ਛਾਲ ਮਾਰ ਕੇ ਸੜ ਜਾ, ਹੁਣ ਮੇਰੇ ਤੋਂ ਮਰਿਆ ਨਹੀਂ ਜਾਂਦਾ। ਉਹ ਚੋਰ ਦੇ ਕੋਈ ਪਿਛਲੇ ਜਨਮਾਂ ਦਾ ਕੋਈ ਚੰਗਾ ਕਰਮ ਸੀਗਾ, ਉਹ ਜਾਗ ਪਿਆ। ਉਹ ਕਹਿੰਦਾ ਜੇ ਗੁਰੂ ਦਾ ਬਚਨ ਮੈਨੂੰ ਦੇ ਦੇਵੇਂ ਅਤੇ ਮੈਂ ਤੈਨੂੰ ਸੋਨੇ ਦਾ ਗਹਿਣਿਆਂ ਦਾ ਡੱਬਾ ਦਿਆਂਗਾ। ਕਹਿੰਦਾ ਉਹ ਸਾਕਤ ਸਿੱਖ ਜਿਹੜਾ ਕੱਚਾ ਪਿੱਲਾ ਸੀਗਾ, ਉਹਨੇ ਆਖਿਆ ਸੋਨੇ ਦਾ ਡੱਬਾ ਮਿਲਦਾ, ਆਪਾਂ ਕੀ ਲੈਣਾ ਗੁਰੂ ਦੇ ਬਚਨ ਤੋਂ ਸੜ ਕੇ ਮਰਨ ਦਾ। ਉਹ ਕਹਿੰਦਾ ਚੱਲ ਬਚਨ ਗੁਰੂ ਦਾ ਤੂੰ ਲੈ ਲੈ, ਮੈਨੂੰ ਦੇ ਡੱਬਾ ਸੋਨੇ ਦਾ। ਸੋਨੇ ਦੇ ਗਹਿਣੇ ਉਹ ਚੋਰ ਨੇ ਉਹਨੂੰ ਫੜਾ ਦਿੱਤੇ ਅਤੇ ਗੁਰੂ ਦਾ ਬਚਨ ਲੈ ਲਿਆ ਸੜ ਕੇ ਮਰਨ ਦਾ। ਜਦੋਂ ਉਹਨੇ ਦਾ ਬਚਨ ਸਮਝ ਕੇ ਇਹ ਸਮਝਿਆ ਵੀ ਉੱਧਰ ਵੀ ਮਾਰੀ ਜਾਣਾ, ਪਿੱਛੇ ਲੱਗੇ ਲੋਕ, ਉਦੋਂ ਚੋਰ ਨੂੰ ਫਾਂਸੀ ਹੁੰਦੀ ਸੀ, ਮਾਰ ਤਾਂ ਉਹਨਾਂ ਦੇਣੇ, ਆਪਾਂ ਗੁਰੂ ਦੇ ਬਚਨ 'ਤੇ ਮਰੀਏ। ਅੱਗ ਵਿੱਚ ਛਾਲ ਮਾਰਤੀ, ਸਰੀਰ ਸ਼ਾਂਤ ਹੋ ਗਿਆ। ਰੂਹ ਜਿਹੜੀ ਸੀ ਉਹ ਅਕਾਲ ਪੁਰਖ ਦੇ ਦਰਬਾਰ 'ਚ ਸੁਰਖਰੂ ਹੋ ਕੇ ਗਈ, ਸੱਚਖੰਡ ਗਿਆ। ਉਹ ਜਿਹੜਾ ਚੋਰ ਗਹਿਣੇ ਲੈਣ ਵਾਲਾ ਸੀਗਾ, ਕੱਚਾ ਪਿੱਲਾ, ਉਹ ਚੋਰ ਲੋਕਾਂ ਨੇ ਫੜ ਲਿਆ, ਫੜ ਕੇ ਰਾਜੇ ਦੇ ਪੇਸ਼ ਕਰਤਾ, ਸਜ਼ਾ ਹੋ ਗਈ, ਫਾਂਸੀ ਹੋ ਗਈ, ਮਰਿਆ ਉਹ ਵੀ, ਪਰ ਗੁਰੂ ਤੋਂ ਬੇਮੁਖ ਹੋ ਕੇ ਮਰਿਆ। ਮਰਨਾ ਤਾਂ ਸਾਰਿਆਂ ਨੇ ਹੀ ਹੈ ਸੰਸਾਰ 'ਚ, ਸਨਮੁਖ ਨੇ ਵੀ ਸਰੀਰ ਕਰਕੇ ਜਾਣਾ ਹੈ, ਮਨਮੁਖ ਨੇ ਵੀ ਜਾਣਾ ਹੈ, ਪਰ ਉਹਨਾਂ ਦੇ ਜਾਣ ਦੇ 'ਚ ਫਰਕ ਹੈ। ਜਾਂ ਗੁਰ ਕਹੈ ਉਠੇ ਮੇਰੇ ਭਾਈ, ਬਹਿ ਜਾਏ ਕੁਸਰ ਬਗਲਾਰੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਧੋ ਵਾਰੇ। ਜਦੋਂ ਮਨਮੁਖ ਬਗਲੇ ਦੀ ਤਰ੍ਹਾਂ ਲੁੱਕ ਕੇ ਸਿੱਖਾਂ 'ਚ ਬਹਿੰਦੇ ਨੇ ਤਾਂ ਗੁਰਸਿੱਖ ਦੇ ਸੰਗਤ ਦੀ ਦ੍ਰਿਸ਼ਟੀ ਤੋਂ ਬਚ ਨਹੀਂ ਸਕਦੇ। ਜਿਹੜੇ ਗੁਰਸਿੱਖ ਜਿਨ੍ਹਾਂ 'ਚ ਗੁਰੂ ਵਰਤਦਾ ਹੈ ਉਹ ਲੱਭ ਲੈਂਦੇ, ਉਹ ਪਛਾਣ ਲੈਂਦੇ ਆ ਵੀ ਇਹ ਕੱਚਾ ਪਿੱਲਾ ਹੈ। ਹਾਂਜੀ, ਅੱਗੇ ਪਿੱਛੇ ਬਹਿ ਮੂੰਹ ਛਪਾਇਨ, ਉਹ ਮਨਮੁਖ ਬੰਦੇ ਅੱਗੇ ਪਿੱਛੇ ਮੂੰਹ ਛੁਪਾਉਂਦੇ ਹੈ, ਗੁਰੂ ਦੇ ਸਨਮੁਖ ਮੂੰਹ ਅੱਖਾਂ ਉੱਚੀਆਂ ਨਹੀਂ ਕਰ ਸਕਦੇ, ਅੱਗੇ ਪਿੱਛੇ ਇੱਦਾਂ ਝਾਤੀ ਮਾਰਨਗੇ, ਗੁਰੂ ਨਾਲ ਨਜ਼ਰ ਨਹੀਂ ਮਿਲਾ ਸਕਦੇ, ਮੂੰਹ ਛੁਪਾ ਕੇ ਬੈਠਦੇ ਹਨ। ਨਾ ਰਲਨੀ ਖੋਟਿਆਰੇ, ਕਿਉਂਕਿ ਉਹਨਾਂ ਦੇ ਅੰਦਰ ਖੋਟ ਹੁੰਦੀ ਹੈ ਨਾ, ਉਹ ਗੁਰੂ ਕੀ ਸੰਗਤ 'ਚ ਰਲ ਕੇ ਨਹੀਂ ਬਹਿੰਦੇ। ਜਿਵੇਂ ਦਾਲ ਵਿੱਚ ਕੋੜਕੜੂ ਵੱਖਰਾ ਹੀ ਪਛਾਣਿਆ ਜਾਂਦਾ, ਉਹ ਸਾਕਤ ਕੋੜਕੂ ਦੀ ਤਰ੍ਹਾਂ ਵੱਖਰੇ ਹੀ ਪਛਾਣੇ ਜਾਂਦੇ ਹਨ। ਉਹਨਾਂ ਦਾ ਭਖ ਸੋ ਓਥੈ ਨਾਹੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ, ਉਹਨਾਂ ਦਾ ਭੋਜਨ, ਭਖ ਕਹਿੰਦੇ ਭੋਜਨ ਨੂੰ, ਭਖਣ ਵਾਲੀ, ਖਾਣ ਵਾਲੀ ਚੀਜ਼ ਭਖ, ਉਹਨਾਂ ਦਾ ਭਖ ਉੱਥੇ ਹੁੰਦਾ ਨਹੀਂ। ਸੰਗਤ ਵਿੱਚ, ਗੁਰੂ ਕੀ ਸੰਗਤ ਵਿੱਚ ਤਾਂ ਹੈ ਸਿਫਤ ਸਲਾਘਾ ਪਰਮੇਸ਼ਰ ਦੀ, ਭਜਨ ਕੀਰਤਨ ਕਥਾ, ਅਤੇ ਸਾਖਤਾਂ ਦਾ ਭੋਜਨ ਕੀ ਹੈ? ਨਿੰਦਾ ਚੁਗਲੀ। ਉਹ ਨਿੰਦਾ ਚੁਗਲੀ ਕਰਨੀ, ਉਹੀ ਉਹਨਾਂ ਦਾ ਭੋਜਨ ਹੈ, ਉਹ ਗੁਰੂ ਕੀ ਸੰਗਤ 'ਚ ਹੁੰਦਾ ਨਹੀਂ। ਗੁਰੂ ਕੀ ਸੰਗਤ 'ਤੇ ਅੰਮ੍ਰਿਤ ਵਸਦਾ ਹੈ, ਉੱਥੇ ਅੰਮ੍ਰਿਤ ਵੰਡੀ ਹੈ, ਸੁਖੀਆ ਹਰ ਕਰਨੇ, ਉਹਨਾਂ ਨੇ ਖਾਣਾ ਜ਼ਹਿਰ ਬਿਸ਼ਟਾ। ਨਿੰਦਾ ਕਰਨੀ ਹੈ ਸਾਧ ਸੰਗਤ ਜੀ, ਹੁਣ ਗੁਰੂ ਘਰ ਦੇ ਵਿੱਚ ਥੋੜ੍ਹਾ ਨਿੰਦਾ ਚੱਲੇਗੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਿੰਦਾ ਨਹੀਂ ਚੱਲ ਸਕਦੀ। ਜੇ ਕੋਈ ਕਰ ਰਿਹਾ ਤਾਂ ਉਹਦਾ ਆਪਣਾ ਹੀ ਪਤਾ ਲੱਗ ਰਿਹਾ ਵੀ ਇਹ ਬੰਦਾ ਨਿੰਦਕ ਹੈ। ਆਖੋ ਸ੍ਰੀ ਵਾਹਿਗੁਰੂ। ਗੁਰਸਿੱਖਾਂ ਨੂੰ ਪਤਾ ਲੱਗ ਜਾਂਦਾ
ਜਿਹੜੇ ਗੁਰਬਾਣੀ ਦੇ ਰਸੀਏ ਹਨ, ਗੁਰਬਾਣੀ ਦੇ ਅਭਿਆਸੀ ਹਨ, ਗੁਰਬਾਣੀ ਦੱਸਦੀ ਹੈ ਵੀ ਆਹ ਗਲਤ ਹੈ, ਸਹੀ ਹੈ, ਉਹਨਾਂ ਦਾ ਪੱਖ ਸੋ ਉੱਥੇ ਨਹੀਂ। ਉਹਨਾਂ ਮਨਮੁਖ ਸਾਖਤ ਬੰਦਿਆਂ ਦਾ ਗੁਰੂ ਕੀ ਸੰਗਤ ਵਿੱਚ ਭੋਜਨ ਨਹੀਂ ਹੈ। ਜਾਏ ਕੂੜ ਲਹਿਨ ਭੇ ਡਾਰੇ। ਉਹ ਭੇਡਾਂ ਦੀ ਤਰ੍ਹਾਂ ਜਾ ਕੇ ਬਿਸ਼ਟਾ ਖਾਂਦੇ, ਜਿਵੇਂ ਭੇਡ ਹੈ ਨਾ ਸਾਧ ਸੰਗਤ ਜੀ, ਭੇਡ ਗੰਦਗੀ ਖਾਂਦੀ ਹੈ, ਉਹ ਭੇਡਾਂ ਦੀ ਤਰ੍ਹਾਂ ਜਾ ਕੇ ਨਿੰਦਾ ਚੁਗਲੀ ਦੀ ਗੰਦਗੀ ਖਾਂਦੇ ਹਨ, ਬਿਸ਼ਟਾ ਖਾਂਦੇ ਹਨ, ਮਾੜਾ ਭੋਜਨ ਕਰਦੇ ਹਨ। ਗੁਰੂ ਦੀ ਸੰਗਤ ਜਿਹੜਾ ਅੰਮ੍ਰਿਤ ਵਸਦਾ ਹੈ ਉਹ ਨਹੀਂ ਪੀ ਸਕਦੇ। ਜੇ ਸਾਖਤ ਨਰਖਾ ਵਾਈਐ ਲੋਚੀਐ। ਸਤਿਗੁਰੂ ਕਹਿੰਦੇ ਜੇ ਅਸੀਂ ਸੋਚੀਏ ਵੀ ਨਾ ਵੀ ਸਾਖਤਾਂ ਨੂੰ ਅੰਮ੍ਰਿਤ ਨਾਮ ਖਵਾ ਦਈਏ, ਕਈ ਵਾਰੀ ਮੇਰੇ ਵਰਗਿਆਂ ਨੂੰ ਬੜਾ ਸ਼ੌਂਕ ਜਿਹਾ ਚੜ੍ਹ ਜਾਂਦਾ, ਸ਼ੌਂਕ ਇਹ ਚੜ੍ਹ ਜਾਂਦਾ ਵੀ ਸਾਰੀ ਦੁਨੀਆ ਨੂੰ ਅੰਮ੍ਰਿਤ ਛਕਾ ਦਈਏ, ਸਾਰਿਆਂ ਨੂੰ ਨਾਮ ਜਪਣ ਲਾ ਦਈਏ। ਕਈ ਆਪਣੇ ਨਿਆਣਿਆਂ ਨਾਲ ਹੀ ਲੜਦੇ ਰਹਿੰਦੇ ਆ, ਘਰਦਿਆਂ ਨਾਲ ਹੀ ਡਾਂਗ ਸੋਟਾ ਖੜਕਦਾ ਰਹਿੰਦਾ ਵੀ ਉਹ ਬੱਚੇ ਸਾਡੇ ਅਨੁਸਾਰ ਹੀ ਗੁਰਸਿੱਖ ਬਣ ਜਾਣ, ਸਾਡੇ ਵਰਗੇ ਹੀ ਬਣ ਜਾਣ। ਪਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਭਾਈ ਜੇ ਸਾਖਤ ਬੰਦਿਆਂ ਨੂੰ ਜ਼ਬਰਦਸਤੀ ਖਵਾਓਗੇ ਵੀ ਨਾ ਤਾਂ ਉਹ ਖਾ ਨਹੀਂ ਸਕਦੇ ਅੰਮ੍ਰਿਤ ਭੋਜਨ। ਜੇ ਸਾਖਤ ਨਰ ਖਵਾਈਐ ਲੋਚੀਐ, ਕਈਆਂ ਨੂੰ ਬੰਨ੍ਹ ਕੇ ਖੀਰ ਖਵਾਈ ਦੀ ਉਹ ਫਿਰ ਉਲਟੀ ਕਰ ਦਿੰਦੇ ਆ। ਹਾਂਜੀ, ਬਿਖ ਕੱਢੈ ਮੁਖ ਉਗਲਾਰੇ। ਉਹ ਉਗਲ ਦਿੰਦੇ ਹੈ, ਉਹਨਾਂ ਦੇ ਅੰਦਰੋਂ ਜ਼ਹਿਰ ਨਿਕਲਣਾ। ਉਹਨਾਂ ਨੂੰ ਅੰਮ੍ਰਿਤ ਵੀ ਪਾਈਏ, ਹੁਣ ਸੱਪ ਨੂੰ ਦੁੱਧ ਵੀ ਪਿਆਓ, ਦੁੱਧ ਤਾਂ ਅੰਮ੍ਰਿਤ ਹੈ, ਪਰ ਉਹ ਸੱਪ ਉਸ ਦੁੱਧ ਦਾ ਕੀ ਬਣਾਉਂਦਾ? ਜ਼ਹਿਰ ਬਣਾ ਦਿੰਦਾ। ਜੇ ਸਾਖਤ ਨਰ ਖਵਾਈਏ ਲੋਚੀਏ, ਜੇ ਸਾਖਤਾਂ ਨੂੰ ਗੁਰਬਾਣੀ ਕਥਾ ਕੀਰਤਨ ਸੁਣਾਈਏ ਵੀ ਤਾਂ ਉਹਦਾ ਵੀ ਜ਼ਹਿਰ ਬਣਾ ਦਿੰਦੇ ਆ। ਦੁਨੀਆ ਦੀ ਜਿਹੋ ਜਿਹੀ ਬਿਰਤੀ ਹੈ ਉੱਦਾਂ ਦੀ ਕਰਨੀ ਹੈ। ਇੱਕ ਪੰਡਤ ਜੀ ਇੱਕ ਸੇਠ ਦੇ ਘਰ ਕਥਾ ਕਰਨ ਚਲੇ ਗਏ, ਸਾਲ ਕਥਾ ਕੀਤੀ ਮਹਾਂਭਾਰਤ ਦੀ। ਪੰਡਤਾਂ ਵਿਚਾਰਿਆਂ ਨੂੰ ਮਾਤੜਾਂ ਨੂੰ ਤਾਂ ਹੀ ਹੁੰਦਾ ਵੀ 2-4 ਪੈਸੇ ਕਿੱਥੋਂ ਮਿਲਣਗੇ ਅਤੇ ਆਪਾਂ ਉੱਥੇ ਕਥਾ ਕਰਨੀ ਜਿੱਥੇ 4 ਪੈਸੇ ਆਉਣਗੇ। ਉਹਨਾਂ ਨੇ ਕਿਹਾ ਸੇਠ ਬੜਾ ਤਗੜਾ ਹੈ, ਇਹਦੇ ਘਰ ਕਥਾ ਕਰਦੇ ਹਾਂ। ਸੇਠ ਦੇ ਘਰ ਕਥਾ ਕਰਦੇ ਰਹੇ ਪੰਡਤ ਜੀ, ਸਾਲ ਪਿੱਛੋਂ ਭੋਗ ਪਾਇਆ ਕਥਾ ਦਾ ਭੋਗ ਪਾਇਆ। ਪਰ ਪੰਡਤ ਜੀ ਹੋਰੀ ਕੋਈ ਭੁੱਖਰੇ ਨਹੀਂ, ਕੋਈ ਭੇਟਾ, ਕੋਈ ਸਰੋਪਾ, ਕੋਈ ਮਾਇਆ, ਕੋਈ ਕੱਖ ਨਹੀਂ ਧਰੀ। ਪੰਡਤ ਜੀ ਨੇ ਭੋਗ ਪਾ ਕੇ ਘਰ ਚਲੇ ਗਏ। ਸੋਚਿਆ ਵੀ ਸ਼ਾਇਦ ਸੇਠ ਜੀ ਘਰ ਭੇਜਣਗੇ, ਵੱਡੇ ਬੰਦੇ ਨਾ, ਅਤੇ ਮੈਂ ਇਹ ਸੋਚਦੇ ਹੋਣਗੇ ਵੀ ਪੰਡਤ ਜੀ ਚੁੱਕ ਕੇ ਲਿਜਾਣ, ਆਪਾਂ ਨੌਕਰਾਂ ਦੇ ਰਾਹੀਂ ਕੋਈ ਗੱਫਾ ਚੰਗਾ ਘਰ ਭੇਜਣਾ ਹੋਣਾ। ਪੰਡਤ ਜੀ ਘਰ ਆ ਗਏ। ਪੰਡਤ ਜੀ 2-4 ਦਿਨ ਉਡੀਕਦੇ ਰਹੇ, ਪਰ ਸੇਠ ਵੱਲੋਂ ਕੱਖ ਨਹੀਂ ਆਇਆ। ਸੇਠ ਨੇ ਕੋਈ ਉਹ ਬਾਤ ਨਹੀਂ ਪੁੱਛੀ। ਅਖੀਰ ਪੰਡਤ ਜੀ ਨੇ ਕਿਹਾ ਚਲੋ ਆਪਾਂ ਫਿਰ ਸੇਠ ਜੀ ਨੂੰ ਯਾਦ ਹੀ ਕਰਾ ਦਿੰਦੇ ਹਾਂ। 5-7 ਦਿਨ ਬਾਅਦ ਪੰਡਤ ਜੀ ਗਏ। ਰਾਮ ਰਾਮ ਸੇਠ ਜੀ ਨੇ ਕਿਹਾ, ਆਓ ਜੀ ਰਾਮ ਰਾਮ ਜੀ। ਅੱਛਾ ਸੇਠ ਜੀ ਪਰਿਵਾਰ ਸਾਰਾ ਸੱਦ ਲਿਆ। ਸੇਠ ਜੀ ਤੁਸੀਂ ਕਥਾ ਸੁਣੀ ਮਹਾਂਭਾਰਤ ਦੀ, ਬੜਾ ਤੁਸੀਂ ਚੰਗੇ, ਬੜੇ ਦਾਨੀ, ਚੰਗੇ ਨੇਕ ਬੰਦੇ ਹੋ, ਚੰਗੀ ਵਡਿਆਈ ਕੀਤੀ ਸੇਠ ਦੀ। ਅੱਛਾ ਇਹ ਦੱਸੋ ਸੇਠ ਜੀ ਕਥਾ 'ਚੋਂ ਸਿੱਖਿਆ ਕੀ ਹੈ? ਕਥਾ ਵਿੱਚੋਂ, ਮਹਾਂਭਾਰਤ ਦੀ ਕਥਾ 'ਚੋਂ ਕੀ ਉਪਦੇਸ਼ ਲਿਆ? ਉਹ ਕਹਿੰਦਾ ਦੇਖੋ ਜੀ ਮੈਨੇ ਤਾਂ ਇਹ ਉਪਦੇਸ਼ ਲਿਆ ਬਈ ਕ੍ਰਿਸ਼ਨ ਜੀ ਆ ਕੇ ਕਹਿੰਦੇ ਵੀ ਪਾਂਡਵਾਂ ਨੂੰ 5 ਪਿੰਡ ਦੇ ਦੇ, 5 ਪਿੰਡ ਦੇ ਦੇ, ਤੇਰੇ ਭਰਾ ਲੱਗਦੇ ਆ, ਚਾਚੇ ਦੇ ਪੁੱਤ ਨੇ, ਗੁਜ਼ਾਰਾ ਕਰ ਲੈਣਗੇ। ਅਤੇ ਦੁਰਯੋਧਨ ਕਹਿੰਦਾ ਵੀ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਦੇਣੀ। ਮੈਂ ਤਾਂ ਇਹ ਉਪਦੇਸ਼ ਲਿਆ ਵੀ ਸੂਈ ਦੇ ਨੱਕੇ ਜਿੰਨੀ ਕੋਈ ਚੀਜ਼ ਕਿਸੇ ਨੂੰ ਦੇਣੀ ਹੀ ਨਹੀਂ ਚਾਹੀਦੀ। ਇਹ ਸਿੱਖਿਆ ਲਈ ਹੈ। ਪੰਡਤ ਜੀ ਵਿਚਾਰੇ ਸੁੰਨ-ਮੁੰਨ ਹੋ ਗਏ। ਫਿਰ ਉਹਨਾਂ ਨੇ ਪੰਡਤ ਸੇਠਾਣੀ ਨਾਲ, ਸੇਠਾਣੀ ਜੀ ਵੀ ਸ਼ਾਇਦ ਕੁਛ ਸਮਝ ਜਾਣਗੇ। ਸੇਠਾਣੀ ਜੀ ਤੁਸੀਂ ਦੱਸੋ। ਸੇਠਾਣੀ ਸੀ ਖੁੱਲ੍ਹੇ ਖਿਆਲਾਂ ਦੀ। ਉਹ ਕਹਿੰਦੀ ਮੈਂ ਤਾਂ ਇਹ ਸਿੱਖਿਆ ਲਈ ਹੈ ਵੀ ਇੱਕ ਇਸਤਰੀ 5 ਪਤੀ ਕਰ ਸਕਦੀ ਹੈ। ਇੱਕ ਔਰਤ ਨੂੰ 5 ਪਤੀ 7 ਪਤੀ ਰੱਖਣੇ ਕੋਈ ਪਾਪ ਨਹੀਂ। ਇਹ ਸਿੱਖਿਆ ਮਿਲੀ ਹੈ ਮੈਨੂੰ ਤਾਂ। ਕਹਿੰਦੀ ਵੀ ਹੁਣ ਇਕੱਲੇ ਸੇਠ ਜੀ ਨਹੀਂ, ਹੋਰ ਵੀ ਜੋ ਕੋਈ ਆਵੇ ਜੀ ਰਾਜੀ ਜਾਵੇ। ਉਹਨੇ ਹੋਰ ਕੰਨਾਂ ਨੂੰ ਹੱਥ ਲਾਏ। ਕਹਿੰਦੇ ਉਹ ਦੇਖੋ ਹੈ ਤਾਂ ਕਥਾ ਸਿੱਖਿਆ ਦੇਣ ਲਈ,
ਪਰ ਸਾਖਤ ਬੰਦਿਆਂ ਨੂੰ ਉਹ ਕਥਾ ਉਲਟਾ ਅਸਰ ਕਰ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਉਹਦਾ ਵੀ ਉਲਟਾ ਲੈ ਲੈਂਦੇ ਗਿਆਨ। ਗੁਰੂ ਸਾਹਿਬ ਕਹਿੰਦੇ ਆ ਵੀ ਜੇ ਉਹਨਾਂ ਨੂੰ ਜੇ ਸਾਖਤ ਨਰ ਖਵਾਈਐ ਲੋਚੀਐ, ਕੋਈ ਗੁਰਬਾਣੀ ਦਾ ਉਪਦੇਸ਼ ਉਹਨਾਂ ਦੇ ਅੰਦਰ ਪਾਈਏ, ਉਹਨਾਂ ਨੂੰ ਕੋਈ ਬਚਨ ਗੁਰੂ ਦਾ ਸੁਣਾਈਏ, ਤਾਂ ਬਿਖ ਕੱਢੈ ਮੁਖ ਉਗਲਾਰੇ, ਉਹ ਜ਼ਹਿਰ ਕੱਢਦੇ, ਉਹਦਾ ਜ਼ਹਿਰ ਬਣਾ ਕੇ ਰੱਖ ਦਿੰਦੇ ਆ। ਹਾਂਜੀ। ਹਰ ਸਾਖਤ ਸੇਤੀ ਸੰਗ ਨ ਕਰਿਓ। ਸ੍ਰੀ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਕਿ ਹੇ ਭਾਈ, ਸਾਖਤਾਂ ਦਾ ਸੰਗ ਨਾ ਕਰਿਆ ਜੇ। ਤੇ ਬਾਣੀ 'ਚ ਹੋਰ ਵੀ ਬਚਨ ਹੈ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰੋਂ ਜਾਈਏ ਭਾਗ, ਦੂਰੋਂ ਹੀ ਭੱਜ ਜਾਓ। ਬਾਸਨ ਕਾਰੋ ਪਰਸੀਐ, ਤੋ ਕੁਛ ਲਾਗੈ ਦਾਗ, ਕਾਲੇ ਭਾਂਡੇ ਨੂੰ ਛੂਹਾਂਗੇ ਦਾਗ ਲੱਗ ਜਾਏਗਾ। ਮਨਮੁਖਾਂ ਨੇ ਕੋਈ ਇਹੋ ਜਿਹੀ ਜ਼ਹਿਰ ਛੱਡਣੀ ਹੈ ਜਿਹੜੀ ਤੁਹਾਡੀ ਬਿਰਤੀ ਨੂੰ ਖਰਾਬ ਕਰੇਗੀ। ਅਰਦਾਸ ਹੈ, ਹਰ ਸਾਖਤ ਸੇਤੀ ਸੰਗ ਨਾ ਕਰੀਓ। ਹੇ ਹਰੀ ਜੀ, ਹੇ ਵਾਹਿਗੁਰੂ ਜੀ, ਸਾਨੂੰ ਹੋਰ ਜਿੰਨਾ ਮਰਜ਼ੀ ਦੁੱਖ ਦੇ ਦੀ, ਪਰ ਸਾਖਤ ਦਾ ਸੰਗ ਨਾ ਦੇਵੀਂ। ਨਾਸਤਕ ਬੰਦੇ ਦਾ, ਦੁਸ਼ਟ ਬੰਦੇ ਦਾ, ਪਾਪੀ ਬੰਦੇ ਦਾ ਸੰਗ ਸਭ ਤੋਂ ਮਾੜਾ ਜੇ। ਸੱਪ ਦਾ ਇਲਾਜ ਹੈ। ਵੈਸੇ ਤਾਂ ਸੱਪ ਕਿਸੇ ਨੂੰ ਬਿਨਾਂ ਮਤਲਬ ਡੰਗਦਾ ਨਹੀਂ, ਉੱਤੇ ਪੈਰ ਧਰੋਗੇ ਜਾਂ ਛੇੜੋਗੇ ਤੇ ਡੰਗ ਮਾਰੇਗਾ। ਉੱਦਾਂ ਲੰਘ ਜੇ ਤੇ ਲੰਘ ਜਾਂਦਾ, ਕੁਛ ਨਹੀਂ ਕਹਿੰਦਾ। ਪਰ ਸਾਖਤ ਬੰਦਾ ਬਿਨਾਂ ਮਤਲਬ ਦੇ ਡੰਗ ਮਾਰਦਾ, ਬਿਨਾਂ ਮਤਲਬ ਦੇ। ਉਹਨੂੰ ਕੋਈ ਤਕਲੀਫ ਨਾ ਵੀ ਦਿਓ ਤਾਂ ਵੀ ਉਹ ਕੋਈ ਨਾ ਕੋਈ ਰੋੜਾ ਖੜਾ ਕਰ ਦਿੰਦਾ। ਫਿਰ ਜੇ ਸੱਪ ਡੰਗ ਜਾਵੇ ਤਾਂ ਸਾਧ ਸੰਗਤ ਜੀ ਉਹਦਾ ਇਲਾਜ ਹੈ। ਸੱਪ ਦਾ ਕੋਈ ਨਾ ਕੋਈ ਝਾੜਾ ਫੂਕਾ, ਕੋਈ ਨਾ ਕੋਈ ਦਵਾਈ, ਕੋਈ ਨਾ ਕੋਈ ਇਲਾਜ ਬਣ ਜਾਂਦਾ। ਸਾਖਤ ਦੇ ਡੰਗੇ ਦਾ ਇਲਾਜ ਵੀ ਕੋਈ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਾਖਤਾਂ ਦੀ ਸੰਗਤ ਤੋਂ ਬਚਾਵੀਂ। ਓਏ ਮਾਰੇ ਸਿਰਜਣਹਾਰੇ। ਉਹ ਨਾਸਤਕ ਦੁਰਬੁੱਧੀ ਲੋਕ ਪਰਮਾਤਮਾ ਦੇ ਸਿਰਜਣਹਾਰ ਦੇ ਮਾਰੇ ਹੋਏ ਹਨ। ਉਹਨੂੰ ਅਕਾਲ ਪੁਰਖ ਨੇ ਧੱਕਾ ਮਾਰਿਆ ਹੋਇਆ ਦਰਗਾਹ ਤੋਂ। ਉਹ ਪਰਮੇਸ਼ਰ ਦੀ ਦਰਗਾਹ ਤੋਂ ਬੇਮੁਖ ਹਨ। ਜਿਸ ਕਾ ਇਹੋ ਖੇਲ ਸੋਈ ਕਰ ਵੇਖੈ। ਅਸਲ ਇਹ ਖੇਡ ਅਕਾਲ ਪੁਰਖ ਦੀ ਹੈ। ਜਿਹਦੀ ਇਹ ਖੇਡ ਹੈ ਉਹ ਅਕਾਲ ਪੁਰਖ ਆਪ ਹੀ ਇਹ ਸਾਰੀ ਰਚਨਾ ਰਚੀ ਬੈਠਾ ਹੈ। ਜੇ ਆਪਾਂ ਕਹੀਏ ਵੀ ਸਾਖਤ ਬੰਦੇ ਕਿਹਨੇ ਪੈਦਾ ਕੀਤੇ ਨੇ, ਕਹਿੰਦੇ ਉਹ ਵੀ ਪਰਮੇਸ਼ਰ ਨੇ ਹੀ ਪੈਦਾ ਕੀਤੇ ਨੇ। ਕਿਉਂ? ਜੇ ਸਾਖਤ ਹੋਣਗੇ ਤਾਂ ਹੀ ਗੁਰਮੁਖਾਂ ਦਾ ਪਤਾ ਲੱਗੇਗਾ। ਜੇ ਆਪਾਂ ਦਿਨ ਬਾਰੇ ਜਾਣਦੇ ਹਾਂ ਵੀ ਇਹ ਲੋ ਹੈ, ਇਹ ਰੋਸ਼ਨੀ ਹੈ, ਇਹ ਸੂਰਜ ਹੈ, ਤਾਂ ਜਾਣਦੇ ਹਾਂ ਜੇ ਰਾਤ ਹੁੰਦੀ ਹੈ ਤਾਂ। ਜੇ ਰਾਤ ਨਾ ਹੋਵੇ ਤੇ ਸਾਨੂੰ ਦਿਨ ਦਾ ਵੀ ਗਿਆਨ ਨਾ ਹੋਵੇ। ਜੇ ਜ਼ਹਿਰ ਨਾ ਹੋਵੇ ਤੇ ਅੰਮ੍ਰਿਤ ਦਾ ਵੀ ਸਾਨੂੰ ਅਹਿਸਾਸ ਨਾ ਹੋਵੇ। ਜੇ ਦੁੱਖ ਨਾ ਹੋਵੇ ਤੇ ਸੁੱਖ ਦਾ ਵੀ ਅਨੁਭਵ ਨਾ ਹੋਵੇ। ਇਸੇ ਤਰ੍ਹਾਂ ਜੇ ਸਾਖਤ ਬੰਦੇ ਨਾ ਹੋਣ, ਮਾੜੇ ਬੰਦੇ ਨਾ ਹੋਣ ਤੇ ਚੰਗੇ ਬੰਦਿਆਂ ਦੀ ਕਦਰ ਵੀ ਨਾ ਹੋਵੇ। ਹਾਂਜੀ। ਜਨ ਨਾਨਕ ਨਾਮ ਸਮਾਰੇ। ਮਹਾਰਾਜ ਕਹਿੰਦੇ ਖੇਲ ਅਕਾਲ ਪੁਰਖ ਨੇ ਆਪ ਰਚੀ ਹੋਈ ਹੈ ਤੇ ਆਪ ਇਸ ਨੂੰ ਰਚ ਰਚ ਕੇ ਵੇਖ ਰਿਹਾ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਉਸ ਪਰਮਾਤਮਾ ਤੋਂ ਭਿੰਨ ਕੁਛ ਨਹੀਂ ਹੈ, ਸਭ ਆਪ ਕਰਦਾ ਹੈ। ਜਨ ਨਾਨਕ ਨਾਮ ਸਮਾਰੇ। ਅਸੀਂ ਤਾਂ ਗੁਰੂ ਰਾਮਦਾਸ ਜੀ ਕਹਿੰਦੇ ਕੇਵਲ ਉਸ ਪਰਮਾਤਮਾ ਦਾ ਨਾਮ ਸੰਭਾਲਣਾ ਹੈ, ਚੇਤੇ ਕਰਨਾ ਹੈ, ਇਹਦੇ ਨਾਲ ਸਾਡਾ ਕੰਮ ਬਣਨਾ ਹੈ। ਅਸੀਂ ਸਾਖਤਾਂ ਦੇ ਪਿੱਛੇ ਡੰਗ ਲੈ ਕੇ ਨਹੀਂ ਘੁੰਮਣਾ ਵੀ ਅਸੀਂ ਸਾਖਤਾਂ ਦੀ ਨਿੰਦਾ ਹੀ ਕਰੀ ਜਾਈਏ, ਉਹ ਸਾਖਤ ਨੇ, ਉਹ ਸਾਖਤ ਨੇ। ਨਹੀਂ, ਅਸੀਂ ਇਹਨੂੰ ਵੀ ਅਕਾਲ ਪੁਰਖ ਦੀ ਖੇਡ ਸਮਝਣਾ। ਸਾਖਤਾਂ ਦੇ ਦੇਖੋ ਬਾਣੀ 'ਚ ਸਾਰੀਆਂ ਗੱਲਾਂ ਮਹਾਰਾਜ ਕਰਕੇ ਪਿੱਛੋਂ ਇੱਥੇ ਲੈ ਆਉਂਦੇ ਗੱਲ। ਕਹਿੰਦੇ ਤੁਸੀਂ ਕਿਤੇ ਨਾ ਇਹ ਟੈਨਸ਼ਨ ਆਪਣੇ ਦਿਮਾਗ 'ਤੇ ਨਾ ਲੈ ਲੈਣਾ। ਅਸੀਂ ਕਿਸੇ ਬੰਦੇ ਦਾ ਔਗਣ ਵੇਖਦੇ ਹਾਂ, ਫਿਰ ਸਾਰੀ ਉਮਰ ਉਹਨੂੰ ਆਪਣੇ ਦਿਮਾਗ 'ਚ ਢੋਈ ਜਾਂਦੇ ਹਾਂ। ਉਹ ਸੁਧਰਦਾ ਨਹੀਂ, ਅਸੀਂ ਵਿਗੜ ਜਾਂਦੇ ਹਾਂ। ਮਹਾਰਾਜ ਕਹਿੰਦੇ ਸਭ ਖੇਡ ਅਕਾਲ ਪੁਰਖ ਦੀ। ਉਹ ਵਿਚਾਰੇ ਕਿਆ ਕਰੇ, ਜਾਂ ਭਾਗ ਧੁਰ ਮੰਦੇ, ਜਾਂ ਧੁਰ ਤੋਂ ਹੀ ਉਹਨਾਂ ਨੂੰ ਪਰਮੇਸ਼ਰ ਨੇ ਇੱਦਾਂ ਦਾ ਬਣਾਇਆ, ਉਹ ਕੀ ਕਰ ਸਕਦੇ ਹੈ। ਇਹ ਖੇਡ ਹੈ ਅਕਾਲ ਪੁਰਖ ਪਰਮੇਸ਼ਰ ਦੀ। ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ
ਅੰਤ ਨੂੰ ਤਾਂ ਇੱਕੋ ਹੀ ਰਹਿਣਾ ਉਸ ਅਕਾਲ ਪੁਰਖ ਨੇ। ਉਹਨੇ ਆਪ ਹੀ ਦੇਵਤੇ ਪੈਦਾ ਕੀਤੇ ਹੈ, ਆਪ ਹੀ ਦੈਂਤ ਪੈਦਾ ਕੀਤੇ ਹੈ। ਆਪੇ ਦੈਂਤ ਲਾਏ ਦਿੱਤੇ ਸੰਤ ਜਨਾਂ ਕੋ, ਆਪੇ ਰਾਖਾ ਹੋਈ। ਆਪ ਹੀ ਦੈਂਤਾਂ ਨੂੰ ਲਾਇਆ ਵੀ ਸੰਤਾਂ ਨੂੰ ਦੁੱਖ ਦਿਓ, ਉਹ ਸੰਤਾਂ ਨੂੰ ਦੁੱਖ ਦਿੰਦੇ ਨੇ, ਅਤੇ ਆਪ ਹੀ ਸੰਤਾਂ ਦੀ ਰੱਖਿਆ ਕਰਨ ਆ ਜਾਂਦਾ। ਇਹ ਸਭ ਦੀ ਆਪਣੀ ਖੇਡ ਹੈ। ਹਾਂਜੀ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਗਲਾ ਸ਼ਲੋਕ ਉਚਾਰਨ ਕਰਦੇ ਹਨ। ਸਤਿਗੁਰ ਪੁਰਖ ਅਗੰਮ ਹੈ। ਕਹਿੰਦੇ ਜੋ ਸਤਿਗੁਰੂ ਪੁਰਖ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸਤਿਗੁਰੂ ਅਗੰਮ ਹਨ। ਅਗੰਮ ਦਾ ਮਤਲਬ ਹੁੰਦਾ ਜਿਹਦੇ ਤੱਕ ਗੰਮਤਾ ਨਾ ਹੋਵੇ। ਗੰਮ ਸ਼ਬਦ ਦਾ ਅਰਥ ਹੈ ਜਾਣਾ, ਗਮਨ ਕਰਨਾ। ਸੰਸਕ੍ਰਿਤ ਦੇ ਵਿੱਚ ਗਮਨ ਪਦ ਹੈ, ਪੰਜਾਬੀ 'ਚ ਗਿਆ ਪਦ ਹੈ। ਸੰਸਕ੍ਰਿਤ 'ਚ ਗਮਨ ਅਤੇ ਪੰਜਾਬੀ 'ਚ ਕਹਿੰਦੇ ਗਿਆ, ਅਤੇ ਅੰਗਰੇਜ਼ੀ ਵਾਲੇ ਕਹਿੰਦੇ ਗੋ। ਕਿਉਂਕਿ ਸਾਰੀ ਦੁਨੀਆ ਦੀਆਂ ਜਿੰਨੀਆਂ ਭਾਸ਼ਾਵਾਂ ਹਨ ਉਹ ਇੰਡੀਆ ਤੋਂ ਹੀ ਨਿਕਲੀਆਂ ਹਨ। ਸੰਸਕ੍ਰਿਤ ਦਾ ਹੀ ਸਾਰਾ ਪਰਿਵਾਰ ਹੈ। ਤੁਸੀਂ ਸੈਂਕੜੇ ਸ਼ਬਦ ਅੰਗਰੇਜ਼ੀ ਦੇ ਬੋਲਦੇ ਹੋ, ਜਦੋਂ ਉਹਨਾਂ ਦਾ ਮੂਲ ਦੇਖਦੇ ਹਾਂ ਤਾਂ ਉਹ ਸੰਸਕ੍ਰਿਤ 'ਚੋਂ ਨਿਕਲਦਾ ਹੈ, ਪੰਜਾਬੀ ਦੇ ਵਿੱਚੋਂ ਨਿਕਲਦਾ ਹੈ। ਤੋ ਗਮਨ ਦਾ ਅਰਥ ਹੁੰਦਾ ਜਾਣਾ, ਗੋ ਦਾ ਅਰਥ ਵੀ ਜਾਣਾ ਹੀ ਹੁੰਦਾ। ਅਤੇ ਅਗੰਮ ਦਾ ਮਤਲਬ ਹੁੰਦਾ ਜੋ ਜਿੱਥੇ ਨਾ ਅੱਪੜਿਆ ਜਾਵੇ। ਅਗੰਮ ਜਿੱਥੇ ਨਾ ਅੱਪੜਿਆ ਜਾਵੇ, ਜਿੱਥੇ ਨਾ ਪਹੁੰਚਿਆ ਜਾਵੇ, ਜਿੱਥੇ ਨਹੀਂ ਜਾ ਸਕਦੇ ਆਪਾਂ। ਕਿੱਥੇ ਨਹੀਂ ਜਾ ਸਕਦੇ? ਸਤਿਗੁਰਾਂ ਦੀ ਅਵਸਥਾ ਤੱਕ। ਆਖੋ ਸ੍ਰੀ ਵਾਹਿਗੁਰੂ। ਬੰਦਾ ਜਿਹੜਾ ਹੈ ਹਰ ਜਗ੍ਹਾ 'ਤੇ ਚੰਦ 'ਤੇ ਚਲਾ ਜਾ ਸਕਦਾ, ਸੂਰਜ 'ਤੇ ਜਾ ਸਕਦਾ, ਪਰ ਬੰਦਾ ਗੁਰੂ ਸਾਹਿਬ ਤੱਕ ਨਹੀਂ ਅੱਪੜ ਸਕਦਾ। ਸਤਿਗੁਰ ਪੁਰਖ ਅਗੰਮ ਹੈ, ਸਤਿਗੁਰ ਪੁਰਖ ਅਗੰਮ ਹੈ। 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 ਸਤਿਗੁਰੂ ਮਹਾਰਾਜ ਤੱਕ ਜਿੱਥੇ ਗੁਰੂ ਸਾਹਿਬ ਦੀ ਅੰਦਰਲੀ ਖੇਡ ਹੈ, ਆਤਮਿਕ ਅਵਸਥਾ ਹੈ, ਉੱਥੇ ਇਨਸਾਨ ਦੀਆਂ ਸੋਚਾਂ, ਚਤਰਾਈਆਂ, ਚਲਾਕੀਆਂ, ਭਾਵੇਂ ਜਿੱਡਾ ਮਰਜ਼ੀ ਕੋਈ ਪ੍ਰੋਫੈਸਰ ਹੋਵੇ, ਜਿੱਡਾ ਮਰਜ਼ੀ ਕੋਈ ਪੜ੍ਹਿਆ ਲਿਖਿਆ ਡਾਕਟਰ, ਵਕੀਲ, ਜੱਜ ਹੋਵੇ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਿਆਨ ਤੱਕ ਉਹਦੀ ਪਹੁੰਚ ਨਹੀਂ ਹੋ ਸਕਦੀ। ਹਾਂਜੀ। ਜਿਸ ਅੰਦਰ ਹਰ ਉਰ ਧਾਰਿਆ। ਸਤਿਗੁਰੂ ਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਹੈ, ਪਰਮੇਸ਼ਰ ਵਸਦਾ ਹੈ। ਸਾਡੇ ਹਿਰਦੇ 'ਚ ਮਾਇਆ ਵਸਦੀ ਹੈ। ਇਹ ਫਰਕ ਹੈ। ਸਾਡੇ ਹਿਰਦੇ 'ਚ ਮਾਇਆ ਵਸਦੀ ਹੈ। ਜਿੱਥੇ ਮਾਇਆ ਵਸਦੀ ਉੱਥੇ ਭਰਮ ਵਸਦਾ ਹੈ। ਜਿੱਥੇ ਪਰਮੇਸ਼ਰ ਵਸਦਾ ਉੱਥੇ ਪ੍ਰਕਾਸ਼ ਵਸਦਾ ਹੈ। ਪਰਮੇਸ਼ਰ ਪ੍ਰਕਾਸ਼ ਰੂਪ ਹੈ। ਉਹ ਗੁਰੂ ਅਮਰਦਾਸ ਦੇ ਹਿਰਦੇ ਵਿੱਚ ਪ੍ਰਕਾਸ਼ ਕਰ ਰਿਹਾ ਹੈ। ਗੁਰੂ ਰਾਮਦਾਸ ਜੀ ਜੋ ਦੇਖਿਆ, ਜੋ ਗੁਰੂ ਅਮਰਦਾਸ ਦੀ 22 ਸਾਲ ਗੁਰੂ ਰਾਮਦਾਸ ਦੀ ਸੇਵਾ ਕੀਤੀ ਹੈ, ਜੋ ਫੀਲਿੰਗ ਲਈ ਹੈ, ਉਹ ਦੱਸ ਰਹੇ ਨੇ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੇ ਹਰ ਵੇਲੇ ਹੀ ਦਿਨ ਰਾਤ ਲਗਾਤਾਰ ਹਰੀ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਿਆ, ਉਹਨਾਂ ਦੇ ਹਿਰਦੇ ਦੀ ਡੂੰਘਾਈ ਨਾਪਣੀ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਹਾਂਜੀ। ਸਤਿਗੁਰੂ ਨੂੰ ਅੱਪੜ ਕੋਇ ਨ ਸਕਈ। ਉਹ ਗੱਲ ਸਪਸ਼ਟ ਕਰਦੇ ਨੇ, ਗੁਰੂ ਸਾਹਿਬ ਤੱਕ ਕੋਈ ਨਹੀਂ ਅੱਪੜ ਸਕਦਾ। ਉਹ ਕਿਹੜੇ ਰੰਗਾਂ 'ਚ ਰਾਜੀ ਨੇ, ਉਹ ਕਿਹੜੀ ਖੇਡ ਦੇ ਮਾਲਕ ਨੇ। ਵੱਡੇ ਵੱਡੇ ਪੜ੍ਹੇ ਲਿਖੇ ਪ੍ਰੋਫੈਸਰ, ਗਿਆਨੀ, ਡਾਕਟਰ, ਕਥਾਵਾਚਕ ਮੇਰੇ ਵਰਗੇ ਜਿੰਨੇ ਮਰਜ਼ੀ ਪੜ੍ਹੀ ਜਾਣ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਪੰਕਤੀ ਦੇ ਵੀ ਅਰਥ ਅਸੀਂ ਨਹੀਂ ਕਰ ਸਕਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਕਹੀਏ ਨਾ ਵੀ ਅਸੀਂ ਗੁਰਬਾਣੀ ਦੇ ਅਰਥ ਕਰ ਲਾਂਗੇ, ਇਹ ਭੁਲੇਖਾ ਹੈ, ਇਹ ਅਗਿਆਨਤਾ ਹੈ। ਗੁਰਬਾਣੀ ਦੇ ਅਰਥ ਅਸੀਂ ਜਿੱਥੇ ਗੁਰੂ ਸਾਹਿਬ ਬੋਲੇ ਨੇ, ਜਿੱਥੇ ਉਹਨਾਂ ਦੀ ਅਵਸਥਾ ਹੈ, ਅਸੀਂ ਉੱਥੇ ਸੋਚ ਹੀ ਨਹੀਂ ਸਕਦੇ ਕਦੀ ਚਾਹਾਂਗੇ। ਇਹ ਤਾਂ ਇਉਂ ਹੈ। ਭਾਈ ਸੰਤੋਖ ਸਿੰਘ ਜੀ ਕਵੀ ਰਾਜ ਇੱਕ ਬੜਾ ਸੋਹਣਾ ਬਚਨ ਲਿਖ ਗਏ। ਕਹਿੰਦੇ ਜਿਵੇਂ ਮਿਸਰੀ ਦਾ ਪਹਾੜ ਹੋਵੇ ਅਤੇ ਮਿਸਰੀ ਦੇ ਪਹਾੜ 'ਤੇ ਕੀੜੀ ਚੜ੍ਹ ਜੇ, ਉਹ ਕੀੜੀ ਉਸ ਪਹਾੜ ਦਾ ਅੰਤ ਨਹੀਂ ਪਾ ਸਕਦੀ, ਪਰ ਆਪਣਾ ਢਿੱਡ ਭਰਨ ਜੋਗੇ ਮਿੱਠਾ ਖਾ ਸਕਦੀ ਹੈ। ਅਸੀਂ ਜੋ ਗੁਰਬਾਣੀ ਦਾ ਕੀਰਤਨ ਜਾਂ ਗੁਰਬਾਣੀ ਦੀ ਕਥਾ ਜਾਂ ਗੁਰਬਾਣੀ ਦਾ ਨਿਤਨੇਮ ਕਰਨਾ, ਅਸੀਂ ਗੁਰਬਾਣੀ ਦਾ ਅੰਤ ਨਹੀਂ ਪਾਉਣਾ। ਅਸੀਂ ਗੁਰਬਾਣੀ ਦੇ ਵਿੱਚੋਂ ਕਿਣਕਾ ਲੈ ਕੇ ਆਪਣਾ ਢਿੱਡ ਭਰਨਾ ਹੈ। ਆਖੋ ਸ੍ਰੀ ਵਾਹਿਗੁਰੂ। ਸਤਿਗੁਰੂ ਨੂੰ ਅੱਪੜ ਕੋਏ ਨਾ ਸਕੇ। ਜਿੱਥੇ ਗੁਰੂ ਸਾਹਿਬ ਦੀ ਅਵਸਥਾ ਹੈ,
ਉੱਥੇ ਸਾਧ ਸੰਗਤ ਜੀ ਸੰਸਾਰ ਦੇ ਕਿਸੇ ਪੜ੍ਹੇ ਲਿਖੇ ਵਿਦਵਾਨ ਗਿਆਨੀ ਫਿਲਾਸਫਰ ਦੀ ਅਵਸਥਾ ਨਹੀਂ ਪਹੁੰਚ ਸਕਦੀ। ਹਾਂਜੀ, ਜਿਸ ਵੱਲ ਸਿਰਜਣ ਹਾਰਿਆ, ਜਿਹਦੇ ਵੱਲ ਅਕਾਲ ਪੁਰਖ ਹੈ, ਪਰਮੇਸ਼ਰ ਹੈ, ਸਿਰਜਣਹਾਰ ਜਿਹਦੇ ਨਾਲ ਹੈ, ਹਰ ਵੇਲੇ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਦੇ ਵਿੱਚ ਵਸਦਾ। ਉਹ ਅਕਾਲ ਪੁਰਖ ਉਹਦੇ ਵਿੱਚ ਵਸਦਾ ਹੈ, ਉਹਦੇ ਨਾਲ ਹੈ, ਉਹਦੇ ਤੱਕ ਕਿਵੇਂ ਕੋਈ ਅੱਪੜ ਸਕਦਾ? ਨਾ ਕੋਈ ਰਾਜਾ, ਨਾ ਕੋਈ ਮਹਾਰਾਜਾ, ਨਾ ਕੋਈ ਕਿਸੇ ਤਰ੍ਹਾਂ ਵੀ ਕੋਈ ਸਰੀਰਕ ਤਾਕਤ ਨਾਲ, ਕੋਈ ਬੁੱਧੀ ਦੀ ਤਾਕਤ ਨਾਲ, ਕੋਈ ਪੈਸੇ ਦੀ ਤਾਕਤ ਨਾਲ, ਕੋਈ ਰਾਜ ਦੀ ਤਾਕਤ ਨਾਲ ਗੁਰੂ ਤੱਕ ਅੱਪੜਨਾ ਚਾਹੇ ਨਹੀਂ ਅੱਪੜ ਸਕਦਾ। ਹਾਂਜੀ, ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ। ਸਤਿਗੁਰਾਂ ਕੋਲ ਖੰਡਾ ਬੜਾ ਤਗੜਾ ਹੈ। ਖੜਗ ਨਾਮ ਖੰਡੇ ਦਾ, ਤਲਵਾਰ ਦਾ। ਸੰਜੋ ਕਹਿੰਦੇ ਜਿਹੜੀ ਪਿੰਡੇ ਦੇ ਉੱਤੇ ਸਰੀਰ ਦੀ ਰਾਖੀ ਵਾਸਤੇ ਪਹਿਨੀ ਹੁੰਦੀ, ਉਹਨੂੰ ਕਵਚ ਵੀ ਕਹਿੰਦੇ ਆ, ਸੰਜੋ ਵੀ ਕਹਿੰਦੇ ਆ। ਉਹ ਜਿਹੜੀ ਸੰਜੋ ਹੈ ਤੇ ਗੁਰੂ ਦੀ ਢਾਲ ਜਾਂ ਤਲਵਾਰ ਹੈ, ਉਹ ਕਿਹੜੀ ਹੈ? ਹਰੀ ਦੀ ਭਗਤੀ ਰੂਪੀ ਹੈ। ਸਤਿਗੁਰ ਕਾ ਖੜਗ ਸੰਜੋ ਹਰ ਭਗਤ ਹੈ। ਗੁਰੂ ਦੀ ਤਲਵਾਰ, ਗੁਰੂ ਦੀ ਸੰਜੋ ਹਰੀ ਦੀ ਭਗਤੀ ਹੈ। ਗੁਰੂ ਨੇ ਭਗਤੀ ਦਾ ਹੀ ਆਸਰਾ। 10ਵੇਂ ਪਾਤਸ਼ਾਹ ਔਰੰਗਜ਼ੇਬ ਨੂੰ ਕਹਿੰਦੇ, ਤੁਮਾਰਾ ਨਿਗਾਹ ਅਸਤ ਲਸ਼ਕਰ ਵਾ ਜ਼ਰ, ਕਿ ਮਾਰਾ ਨਿਗਾਹ ਅਸਤ ਜਜਦਾ ਸ਼ੁਕਰ। ਔਰੰਗਜ਼ੇਬ ਜਫਰਨਾਮੇ ਦੀ ਪਹਿਲੀਆਂ ਪੰਕਤੀਆਂ ਸ਼ੁਰੂ ਵਿੱਚ ਹੀ ਮਹਾਰਾਜ ਕਹਿ ਦਿੰਦੇ ਆ, ਤੇਰੀ ਨਿਗਾਹ ਔਰੰਗਜ਼ੇਬ, ਤੇਰੀ ਨਜ਼ਰ ਫੌਜਾਂ 'ਤੇ ਹੈ, ਘੋੜਿਆਂ 'ਤੇ ਹੈ, ਹਾਥੀਆਂ 'ਤੇ ਹੈ, ਖਜ਼ਾਨਿਆਂ 'ਤੇ ਹੈ, ਮੁਲਕਾਂ 'ਤੇ ਹੈ। ਤੂੰ ਆਪਣੇ ਜਰ ਜੋਰੂ ਦਾ, ਜ਼ਮੀਨ ਦਾ ਮਾਣ ਕਰਦਾ ਹੈ। ਮੇਰੀ ਨਿਗਾਹ ਉਸ ਯਜਦਾਂ ਕਹਿੰਦੇ ਇੱਕ ਨੂੰ, ਜੋ ਇੱਕ ਹੈ, ਖੁਦਾ ਅੱਲਾਹ ਤਾਲਾ, ਪਰਮਾਤਮਾ, ਵਾਹਿਗੁਰੂ, ਉਹਦੇ ਸ਼ੁਕਰ 'ਤੇ ਹੈ ਕਿ ਮਾਰਾ ਨਿਗਾਹ, ਮਾਰਾ ਵੱਖਰਾ ਵੱਖਰਾ ਕਹਿਣਾ, ਮਾਰਾ ਨਿਗਾਹ, ਮੇਰੀ ਨਿਗਾਹ ਜਜਦਾ ਸ਼ੁਕਰ ਹੈ ਉਸ ਵਾਹਿਗੁਰੂ ਦਾ। ਕਲਗੀਧਰ ਨੇ 4 ਸਾਹਿਬਜ਼ਾਦੇ ਵਾਰ ਕੇ ਵੀ ਕਹਿ ਦਿੱਤਾ, ਤੇਰਾ ਸ਼ੁਕਰ ਹੈ। ਸੋ ਉਹ ਭਗਤੀ ਜਿਹੜੀ ਹੈ, ਉਹ ਗੁਰੂ ਦੀ ਢਾਲ ਹੈ। ਉਹ ਜਿਹੜੀ ਅਕਾਲ ਪੁਰਖ 'ਤੇ ਭਰੋਸਾ ਹੈ, ਉਹ ਗੁਰੂ ਦੀ ਤਲਵਾਰ ਹੈ। ਹਾਂਜੀ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਸਤਿਗੁਰੂ ਨੇ ਇਸ ਭਗਤੀ ਦੀ ਤਲਵਾਰ ਨਾਲ, ਇਸ ਭਗਤੀ ਦੀ ਢਾਲ ਨਾਲ ਕਾਲ ਕੰਟਕ ਨੂੰ ਮਾਰ ਕੇ ਭਜਾ ਦਿੱਤਾ ਹੈ। ਕਾਲ ਕੰਟਕ ਮਾਰ ਕੇ ਵਿਡਾਰਿਆ, ਦੂਰ ਕਰ ਦਿੱਤਾ ਹੈ। ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ। ਸਤਿਗੁਰਾਂ ਦਾ ਰਾਖਾ ਕੌਣ ਹੈ? ਹਰੀ ਅਕਾਲ ਪੁਰਖ ਵਾਹਿਗੁਰੂ ਰਾਖਾ ਹੈ। 10ਵੇਂ ਪਾਤਸ਼ਾਹ ਕਹਿੰਦੇ ਆ, ਔਰੰਗਜ਼ੇਬ ਇੰਨੀਆਂ ਫੌਜਾਂ 10 ਲੱਖ ਕੇ 10 ਲੱਖ ਬਿਆਮਤ ਬਰੋ ਬੇਖਬਰ, ਬਿਨਾਂ ਖਬਰ ਦਿੱਤਿਆਂ, ਬਿਨਾਂ ਚੈਲੰਜ ਕੀਤਿਆਂ ਚਮਕੌਰ ਨੂੰ ਘੇੜਾ ਪਾਇਆ ਸੀ 10 ਲੱਖ ਨੇ। ਔਰ ਉੱਥੋਂ ਪੰਛੀ ਵੀ ਉੱਡ ਕੇ ਨਹੀਂ ਸੀ ਜਾ ਸਕਦਾ, ਇੰਨਾ ਸਖਤ ਪਹਿਰਾ ਸੀ। ਪਰ ਮੇਰੇ ਵਾਹਿਗੁਰੂ ਨੇ ਮੇਰਾ ਰਾਹ ਸਾਫ਼ ਕਰ ਦਿੱਤਾ ਅਤੇ ਮੈਂ ਤੇਰੀਆਂ ਫੌਜਾਂ ਦੇ ਘੇਰੇ 'ਚੋਂ ਨਿਕਲ ਆਇਆ। ਸਾਧ ਸੰਗਤ ਜੀ, ਕੋਈ ਛੋਟੀ ਕਰਾਮਾਤ ਨਹੀਂ ਹੈ ਕਿ 10 ਲੱਖ ਦੇ ਘੇਰੇ 'ਚੋਂ ਸ੍ਰੀ ਕਲਗੀਧਰ ਪਾਤਸ਼ਾਹ ਸਾਫ਼ ਨਿਕਲ ਗਏ ਹਨ। ਹੋਰ ਕਿਹੜੀ ਕਰਾਮਾਤ ਲੱਭਦੇ ਹਾਂ? ਇਹ ਕਿਆ ਕਰਾਮਾਤ ਤੋਂ ਘੱਟ ਹੈ ਕਿ 10ਵੇਂ ਪਾਤਸ਼ਾਹ ਮਹਾਰਾਜ 10 ਲੱਖ ਦੇ ਘੇਰੇ ਵਿੱਚੋਂ ਸਾਫ਼ ਨਿਕਲ ਗਏ ਹਨ। ਅਤੇ ਕਹਿੰਦੇ ਅਕਾਲ ਪੁਰਖ ਦੇ ਭਰੋਸੇ ਨਾਲ ਨਿਕਲੇ ਹਾਂ। ਉਹਨੇ ਮੇਰਾ ਰਾਹ ਰੁਸ਼ਨਾਇਆ ਹੈ, ਉਹ ਮੇਰਾ ਮਾਰਗ ਦਰਸ਼ਨ ਕਰਦਾ ਹੈ। ਹਾਂਜੀ, ਸਤਿਗੁਰੂ ਕੇ ਪਿੱਛੇ ਹਰ ਸਭ ਉਬਾਰਿਆ। ਔਰ ਸਤਿਗੁਰਾਂ ਦੇ ਪਿੱਛੇ, ਸਤਿਗੁਰਾਂ ਦੇ ਸੇਵਕ ਬਣਨ ਵਾਲੇ ਅਨੰਤ ਜੀਵ ਵੀ ਗੁਰੂ ਨੇ, ਪਰਮੇਸ਼ਰ ਨੇ ਤਾਰ ਦਿੱਤੇ ਹਨ। ਜਿਹੜੇ ਗੁਰੂ ਦੇ ਪਿੱਛੇ ਲੱਗੇ ਹਨ, ਉਹ ਹਰੀ ਨੇ ਪਾਰ ਲੰਘਾ ਦਿੱਤੇ ਹਨ। ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ। ਐਸੇ ਸਤਿਗੁਰੂ ਦੀਨ ਦਿਆਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਐਸੇ ਸਤਿਗੁਰਾਂ ਦਾ ਮੰਦਾ ਸੋਚਦਾ ਹੈ ਵੀ ਮੈਂ ਇਹਨਾਂ ਦਾ ਨੁਕਸਾਨ ਕਰਨਾ, ਇਹਨਾਂ ਦਾ ਬੁਰਾ ਕਰਨਾ ਹੈ, ਸੋ ਆਪ ਉਪਾਵਨ ਹਾਰੈ ਮਾਰਿਆ। ਉਹ ਕਰਤੇ ਪੁਰਖ ਨੇ ਆਪ ਹੀ ਮਾਰ ਦੇਣਾ। ਇਹ ਮਤ ਸੋਚੋ ਵੀ ਸਾਧ ਸੰਗਤ ਜੀ, ਗੁਰੂ ਪੰਥ ਦੇ ਦੋਖੀ ਜਿਹੜੇ ਹਨ, ਉਹ ਬਹੁਤਾ ਸਮਾਂ ਇਸ ਸੰਸਾਰ ਵਿੱਚ ਰਹਿਣਗੇ ਨਹੀਂ, ਉਹ ਆਪਣੀ ਕੀਤੀ ਦਾ ਫਲ ਪਾਉਂਦੇ ਹਨ। ਪੰਥ ਨੂੰ ਕੋਈ ਖਤਰਾ ਨਹੀਂ। ਪੰਥ ਅਕਾਲ ਪੁਰਖ ਕਰਤੇ ਪੁਰਖ ਦਾ ਹੈ। ਉਹ ਪਰਮੇਸ਼ਰ ਨੇ ਜਿਵੇਂ ਚਲਾਉਣਾ ਉਵੇਂ ਚੱਲਣਾ। ਖਤਰਾ ਸਾਡੀਆਂ ਕੁਰਸੀਆਂ ਨੂੰ ਜ਼ਰੂਰ ਹੋ ਸਕਦਾ, ਗੁਰੂ ਮਹਾਰਾਜ ਦੇ ਪੰਥ ਨੂੰ ਕੋਈ ਖਤਰਾ ਨਹੀਂ। ਸੋ ਖਾਲਸਾ ਜੀ, ਕਰਤੇ ਪੁਰਖ ਦਾ, ਗੁਰੂ ਗ੍ਰੰਥ ਸਾਹਿਬ ਦਾ, ਪਰਮੇਸ਼ਰ ਦਾ ਜੋ ਬੁਰਾ ਸੋਚੇਗਾ,
ਉਹਦਾ ਆਪ ਹੀ ਪਰਮੇਸ਼ਰ ਖਾਤਮਾ ਕਰ ਦੇਵੇਗਾ। ਇਹ ਗੱਲ ਹੋਵੇ ਹਰ ਦਰਗਹਿ ਸੱਚੇ ਕੀ। ਇਹ ਹਰੀ ਅਕਾਲ ਪੁਰਖ ਦੇ ਦਰਬਾਰ ਵਿੱਚ, ਉਹਦੀ ਦਰਗਾਹ ਵਿੱਚ, ਸੱਚੇ ਦੀ ਦਰਗਾਹ ਵਿੱਚ ਇਹ ਗੱਲ ਹੋ ਰਹੀ, ਇੱਥੇ ਨਹੀਂ ਹੋ ਰਹੀ। ਇਹ ਗੱਲ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਧਰਤੀ 'ਤੇ ਨਹੀਂ ਕਰ ਰਿਹਾ, ਇੱਥੋਂ ਦੀ ਖਬਰ ਨਹੀਂ ਹੈ, ਇਹ ਧੁਰ ਸੈਂਟਰ ਦੀ ਖਬਰ ਹੈ। ਜਿਵੇਂ ਕਹਿੰਦੇ ਨਾ ਵੀ ਕੋਈ ਮਤਾ ਸੈਂਟਰ 'ਚ ਪਾਸ ਹੋ ਗਿਆ, ਜਿਵੇਂ ਅਮਰੀਕਾ ਦੀ ਕੈਬਨਿਟ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਜਾਂ ਵਾਈਟ ਹਾਊਸ 'ਚ ਕੋਈ ਮਤਾ ਪਾਸ ਹੋ ਗਿਆ, ਕੋਈ ਇੰਡੀਆ ਦੇ ਵੱਡੇ ਸੰਸਦ ਵਿੱਚ ਮਤਾ ਪਾਸ ਹੋ ਗਿਆ। ਕਹਿੰਦੇ ਇਹ ਮਤਾ ਅਕਾਲ ਪੁਰਖ ਦੇ ਦਰ 'ਤੇ ਦਰਗਾਹ ਵਿੱਚ ਇਹ ਗੱਲ ਹੋਵੇ ਹਰ ਦਰਗਹਿ ਸੱਚੇ ਕੀ। ਸੱਚੇ ਦੀ ਦਰਗਾਹ ਵਿੱਚ ਇਹ ਮਤਾ ਪਾਸ ਹੋਇਆ। ਇਹ ਬਚਨ ਉੱਥੋਂ ਦਾ ਹੈ, ਇਹ ਬਚਨ ਇੱਥੋਂ ਦਾ ਨਹੀਂ ਹੈ। ਹਾਂਜੀ, ਜਨ ਨਾਨਕ ਅਗੰਮ ਵਿਚਾਰਿਆ। ਇਹ ਬਚਨ ਵਿਚਾਰ ਕੇ ਅਗੰਮ ਪੁਰਖ ਦਾ ਸ੍ਰੀ ਗੁਰੂ ਸਾਹਿਬ ਚੌਥੇ ਪਾਤਸ਼ਾਹ ਜੀ ਨੇ ਦੱਸਿਆ ਹੈ। ਪੌੜੀ। ਹਾਂਜੀ, ਸੱਚ ਸੁੱਤਿਆ ਜਿਨੀ ਅਰਾਧਿਆ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ ਸੁੱਤਿਆਂ ਵੀ ਅਰਾਧਿਆ ਹੈ। ਐਸੇ ਵੀ ਭਗਤ ਹਨ ਜਿਹੜੇ ਰਾਤ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਸੌਂ ਜਾਂਦੇ ਤੇ ਅੰਦਰ ਵਾਹਿਗੁਰੂ ਚੱਲਦਾ ਰਹਿੰਦਾ ਹੈ। ਜਾਂ ਉੱਠੇ ਤਾਂ ਸੱਚ ਚਵੇ। ਜਦੋਂ ਸਵੇਰੇ ਉੱਠਦੇ ਨੇ ਉਹਨਾਂ ਦੇ ਮੂੰਹ ਤੋਂ ਸੱਚੇ ਵਾਹਿਗੁਰੂ ਦਾ ਹੀ ਨਾਮ ਵਾਹਿਗੁਰੂ ਹੀ ਨਿਕਲਦਾ ਹੈ। ਹਾਂਜੀ, ਸੇ ਵਿਰਲੇ ਜੁਗ ਮਹਿ ਜਾਣੀ ਹੈ। ਉਹ ਇਸ ਸੰਸਾਰ ਵਿੱਚ ਵਿਰਲੇ ਹੁੰਦੇ ਹਨ ਜੋ ਗੁਰਮੁਖ ਸੱਚ ਰਵੇ। ਜਿਹੜੇ ਸੱਚੇ ਵਾਹਿਗੁਰੂ ਦੇ ਨਾਲ ਜੁੜੇ ਹੁੰਦੇ ਹਨ। ਹੋ ਬਲਿਹਾਰੀ ਤਿੰਨ ਕੋ। ਉਹਨਾਂ ਸੰਤਾਂ ਭਗਤਾਂ ਗੁਰਮੁਖਾਂ ਨਾਮ ਰਸੀਆਂ ਤੋਂ ਮੈਂ ਬਲਿਹਾਰ ਜਾਵਾਂ। ਜੇ ਅਨਦਿਨ ਸੱਚ ਲਵੇ। ਜੇ ਦਿਨ ਰਾਤ ਸੱਚ ਹੀ ਉਚਾਰਨ ਕਰਦੇ, ਸੱਚਾ ਨਾਮ ਹੀ ਜਪਦੇ ਹਨ। ਜਿਨ ਮਨ ਤਨ ਸੱਚਾ ਭਾਵਦਾ। ਜਿਨ੍ਹਾਂ ਦੇ ਮਨ ਔਰ ਤਨ ਵਿੱਚ ਸੱਚਾ ਪਰਮਾਤਮਾ ਹੀ ਚੰਗਾ ਲੱਗਦਾ ਹੈ। ਸੇ ਸੱਚੀ ਦਰਗਹਿ ਗਵੇ। ਉਹੀ ਪਰਮਾਤਮਾ ਸੱਚੇ ਦੀ ਦਰਗਾਹ ਵਿੱਚ, ਸੱਚੀ ਦਰਗਾਹ ਵਿੱਚ ਗਏ ਹਨ। ਜਨ ਨਾਨਕ ਬੋਲੇ ਸੱਚ ਨਾਮ। ਸਤਿਗੁਰੂ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਦਾਸ ਨਾਨਕ ਤਾਂ ਸੱਚ ਹੀ ਬੋਲਦਾ ਹੈ। ਸੱਚ ਸੱਚਾ ਸਦਾ ਨਵੇ। ਉਹ ਸੱਚੇ ਦਾ ਨਾਮ ਜਪਦਾ ਹੈ ਕਿਉਂਕਿ ਸੱਚਾ ਸਦਾ ਹੀ ਨਵਾਂ ਹੈ। ਸੱਚਾ ਤਾਂ ਉਹ ਹੀ ਹੁੰਦਾ ਜਿਹੜਾ ਸਦਾ ਰਵੇ, ਜਿਹੜਾ ਸਦਾ ਨਾ ਰਵੇ ਉਹ ਸੱਚਾ ਨਹੀਂ ਹੁੰਦਾ। ਇਸ ਸੰਸਾਰ 'ਚ ਇੱਕੋ ਹੀ ਚੀਜ਼ ਸੱਚੀ ਹੈ, ਅਕਾਲ ਪੁਰਖ ਦੀ ਜੋਤ। ਬਾਕੀ ਸਭ ਚੀਜ਼ਾਂ ਝੂਠੀਆਂ ਹਨ। ਸਭ ਚੀਜ਼ਾਂ, ਕੋਈ ਚੀਜ਼ ਜਿਹਦਾ ਬਣਨ ਦਾ ਟਾਈਮ ਹੈ ਉਹਦੇ ਖਤਮ ਹੋਣ ਦਾ ਵੀ ਟਾਈਮ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੂ ਅਵਤਾਰਾ। ਜਿਸ ਬ੍ਰਹਮਾ ਦੀ ਅਰਬਾਂ ਖਰਬਾਂ ਸਾਲ ਉਮਰ ਹੈ ਉਹ ਵੀ ਕਾਲ ਦੇ ਅਧੀਨ ਹੈ। ਜਿਹੜਾ ਸ਼ਿਵ ਜੀ ਹੈ ਉਸ ਤੋਂ ਵੀ ਵੱਡੀ ਉਮਰ ਦਾ ਬ੍ਰਹਮੇ ਨਾਲੋਂ, ਉਹ ਵੀ ਕਾਲ ਦੇ ਅਧੀਨ ਹੈ। ਕਾਲ ਪਾਏ ਸ਼ਿਵ ਜੂ ਅਵਤਾਰਾ। ਜਿਹੜਾ ਉਸ ਤੋਂ ਵੱਡਾ ਵਿਸ਼ਨੂੰ ਸਤੋਗੁਣੀ ਦੇਵਤਾ ਹੈ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਉਹ ਵੀ ਵਿਸ਼ਨੂੰ ਵੀ ਕਾਲ ਦੇ ਅਧੀਨ ਹੈ। ਸਗਲ ਕਾਲ ਕਾ ਕੀਆ ਤਮਾਸ਼ਾ। ਸਾਰਾ ਕਾਲ ਦਾ ਤਮਾਸ਼ਾ ਹੈ। ਇੱਕ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੋਤੀ ਸਰੂਪ ਸੱਚ ਹੈ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੋ ਇਹ ਪਵਿੱਤਰ ਪਾਵਨ ਬਚਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਸੰਗਤਾਂ ਨਾਲ ਸਾਂਝੇ ਕੀਤੇ ਹੈ। ਦੁਪਹਿਰ ਦੇ ਦੀਵਾਨਾਂ ਵਿੱਚ ਫਿਰ ਕੁਝ ਸਮਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਅੱਜ ਆਪਾਂ ਮਨਾ ਰਹੇ ਹਾਂ। ਮਹਾਰਾਜ ਦੇ ਜੀਵਨ 'ਤੇ ਵੀ ਵਿਚਾਰਾਂ ਹੋਣਗੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ।
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਸ ਉਦਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ। ਪਉਣ ਗੁਰੂ ਬਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ